Hi guys, welcome back to the channel Mr. Singh Education. Welcome to the Indian polity classes for all the competitive exams. Guys, here you get political notes which are beneficial for your competitive exams. ਸੋ ਗਾਇਜ਼ ਲਾਸਟ ਕਲਾਸ ਦੇ ਵਿੱਚ ਆਪਾਂ ਫੰਡਾਮੈਂਟਲ ਰਾਈਟਸ ਬਾਰੇ ਗੱਲ ਕਰ ਰਹੇ ਸੀ। ਸੌਰੀ ਗਾਇਜ਼, ਕੁਝ ਹੈਲਥ ਇਸ਼ੂਜ਼ ਕਰਕੇ ਜਿਹੜੀ ਵੀਡੀਓ ਹੈਗੀ ਉਹ ਥੋੜੀ ਡਿਲੇ ਹੋ ਰਹੀ ਸੀ। ਤਾਂ ਅੱਜ ਕੀ ਹੈ, ਅੱਜ ਮੈਂ ਵੀਡੀਓ ਨੂੰ ਬਣਾ ਕੇ ਅੱਜ ਅਪਲੋਡ ਕਰਨ ਲੱਗਿਆ। ਸੋ ਵਨਸ ਅਗੇਨ ਵੈਰੀ ਸੌਰੀ। ਸੋ ਆਪਾਂ ਲਾਸਟ ਕਲਾਸ ਵਿੱਚ ਗੱਲ ਕਰ ਰਹੇ ਸੀ ਫੰਡਾਮੈਂਟਲ ਰਾਈਟਸ ਬਾਰੇ। ਫੰਡਾਮੈਂਟਲ ਰਾਈਟਸ ਬਾਰੇ ਆਪਾਂ 2 ਕਲਾਸਿਸ ਹੋ ਚੁੱਕੀਆਂ ਨੇ। ਫਸਟ ਕਲਾਸ ਵਿੱਚ ਆਪਾਂ ਡਿਸਕਸ ਕੀਤਾ ਸੀ ਫੰਡਾਮੈਂਟਲ ਰਾਈਟਸ ਕੀ ਚੀਜ਼ ਨੇ। ਫੰਡਾਮੈਂਟਲ ਰਾਈਟਸ ਉਹ ਰਾਈਟਸ ਹੈਗੇ ਨੇ ਜਿਹੜੇ ਆਪਣੇ ਸੰਵਿਧਾਨ ਦੁਆਰਾ ਭਾਗ 3 ਦੇ ਦੁਆਰਾ ਆਪਾਂ ਨੂੰ ਦਿੱਤੇ ਗਏ ਨੇ, ਜਿਹੜੇ ਕੀ ਹੈ ਆਪਣੀ ਲਾਈਫ ਦੇ ਵਿੱਚ ਸਭ ਤੋਂ ਬੇਸਿਕ ਰਾਈਟਸ ਹੈਗੇ ਨੇ। ਮੋਸਟ ਇੰਪੋਰਟੈਂਟ ਤੇ ਮੋਸਟ ਬੇਸਿਕ ਰਾਈਟਸ ਜਿਹੜੇ ਹੈਗੇ ਨੇ ਉਹਨਾਂ ਨੂੰ ਆਪਾਂ ਫੰਡਾਮੈਂਟਲ ਰਾਈਟਸ ਕਹਿ ਦਈਏ। ਮੋਸਟ ਬੇਸਿਕ ਰਾਈਟਸ ਦਾ ਮਤਲਬ ਕੀ ਹੈ ਵੀ ਜਿਹੜੇ ਆਪਣੀ ਜ਼ਿੰਦਗੀ ਦੇ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਬਹੁਤ ਜ਼ਰੂਰੀ ਨੇ, ਜਿਵੇਂ ਰਾਈਟ ਟੂ ਲਾਈਫ, ਰਾਈਟ ਟੂ ਫੂਡ, ਰਾਈਟ ਟੂ ਸ਼ੈਲਟਰ, ਰਾਈਟ ਟੂ ਸਲੀਪ ਐਟਸੈਕਟਰਾ। ਇਹ ਕੀ ਨੇ ਆਪਣੇ ਜਿਹੜੇ ਹੈਗੇ ਨੇ ਫੰਡਾਮੈਂਟਲ ਰਾਈਟਸ ਨੇ। ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਆਪਣੇ ਫੰਡਾਮੈਂਟਲ ਰਾਈਟਸ ਬਾਰੇ ਬੇਸਿਕ ਨੌਲੇਜ ਹੋਏਗੀ, ਕਿਉਂਕਿ ਆਪਾਂ ਲਾਸਟ ਕਲਾਸ ਦੇ ਵਿੱਚ ਕੀਤਾ ਹੈ। ਇਸ ਤੋਂ ਬਾਅਦ ਆਪਾਂ ਕੀ ਗੱਲ ਕੀਤਾ ਸੀ ਕੈਟਾਗਰੀਜ਼ ਵਿੱਚ, ਕਿੰਨੀ ਕੈਟਾਗਰੀਜ਼ ਦੇ ਵਿੱਚ ਫੰਡਾਮੈਂਟਲ ਰਾਈਟਸ ਨੂੰ ਆਪਾਂ ਡਿਵਾਈਡ ਕੀਤਾ ਹੈ। ਜਿਵੇਂ ਕੀ ਹੈ ਰਾਈਟ ਟੂ ਫਰੀडम, ਠੀਕ ਹੈ, ਰਾਈਟਸ ਰਿਲੇਟਡ ਟੂ ਇਕੁਐਲਿਟੀ ਐਟਸੈਕਟਰਾ, ਇਹਨਾਂ ਬਾਰੇ ਵੀ ਆਪਾਂ ਗੱਲ ਕੀਤੀ ਹੈ। ਨੈਕਸਟ ਆਪਾਂ ਗੱਲ ਕੀਤੀ ਸੀ ਜਿਹੜੇ ਲਾਸਟ ਲੈਕਚਰ ਦੇ ਵਿੱਚ ਗੱਲ ਕੀਤੀ, ਉਹ ਗੱਲ ਕੀਤੀ ਆਪਾਂ ਆਰਟੀਕਲ 14 ਤੇ ਆਰਟੀਕਲ 15 ਬਾਰੇ। ਆਰਟੀਕਲ 14 ਦੇ ਵਿੱਚ ਕੀ ਸੀ, 2 ਕਨਸੈਪਟ ਹੈਗੇ ਸੀ। ਆਰਟੀਕਲ 14 ਪਹਿਲਾਂ ਤਾਂ ਗੱਲ ਕੀ ਕਰਦਾ, ਸਮਾਨਤਾ ਬਾਰੇ ਗੱਲ ਕਰਦਾ ਅਤੇ ਉਹਦੇ ਵਿੱਚ ਕਨਸੈਪਟ ਕੀ ਸੀ, 2 ਕਨਸੈਪਟ ਹੈਗੇ ਸੀ। ਰਾਈਟ ਟੂ ਇਕੁਐਲਿਟੀ ਦੇ ਵਿੱਚ ਇੱਕ ਤਾਂ ਹੈਗਾ ਸੀ ਇਕੁਅਲ ਪ੍ਰੋਟੈਕਸ਼ਨ ਆਫ ਲਾਅ ਐਂਡ ਇਕੁਐਲਿਟੀ ਬਿਫੋਰ ਲਾਅ, ਇਹਨਾਂ ਦੋਨਾਂ ਬਾਰੇ ਆਪਾਂ ਗੱਲ ਕੀਤੀ ਸੀ। ਫਿਰ ਆਪਾਂ ਜਿਹੜਾ ਆਰਟੀਕਲ 15 ਦੇ ਵਿੱਚ ਗੱਲ ਕੀਤੀ ਸੀ ਵੀ ਜਿਹੜੇ ਪਹਿਲਾਂ ਕੀ ਹੈ ਪਰਸਨਸ ਨੂੰ ਕੀ ਹੈ ਪਬਲਿਕ ਪ੍ਰੋਪਰਟੀ ਤੋਂ ਰੋਕਿਆ ਜਾਂਦਾ ਹੈ, ਕਿਸੇ ਪਰਸਨ ਨੂੰ ਕਿਹੜੇ ਕਿਹੜੇ ਅਧਿਕਾਰ ਦਿੱਤੇ ਗਏ ਨੇ। ਰਾਈਟ ਟੂ ਸਿਟੀਜ਼ਨਸ, ਕਿਹੜੇ ਆਪਣੇ ਇੰਡੀਅਨ ਸਿਟੀਜ਼ਨਸ ਨੂੰ ਅਧਿਕਾਰ ਹੈਗੇ ਨੇ, ਫੋਰਨਰ ਨੂੰ ਨਹੀਂ ਅਧਿਕਾਰ ਹੈਗੇ, ਉਹਨਾਂ ਬਾਰੇ ਆਪਾਂ ਜਿਹੜੇ ਹੈਗੇ ਬੇਸਿਕ ਗੱਲ ਕੀਤੀ ਸੀ। ਆਈ ਹੋਪ ਗਾਈਜ਼ ਤੁਹਾਨੂੰ ਇੰਨਾ ਯਾਦ ਹੀ ਹੋਏਗਾ, ਜੇ ਨਹੀਂ ਤਾਂ ਤੁਸੀਂ ਕੀ ਹੈ ਜਿਹੜਾ ਲਾਸਟ ਲੈਕਚਰ ਦੇਖ ਸਕਦੇ ਹੋ। ਜੇ ਫਿਰ ਵੀ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਡਿਫੀਕਲਟੀ ਆਉਂਦੀ ਹੈ ਤਾਂ ਤੁਸੀਂ ਕੀ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਸੋ ਆਈ ਹੋਪ ਗਾਈਜ਼ ਤੁਸੀਂ ਰੈਡੀ ਹੋ ਗਏ। ਆਪਾਂ ਨੈਕਸਟ ਅੱਗੇ ਗੱਲ ਕਰਦੇ ਹਾਂ। ਨੈਕਸਟ ਆਪਣੇ ਫੰਡਾਮੈਂਟਲ ਰਾਈਟਸ, ਸੈੱਟ ਆਫ ਫੰਡਾਮੈਂਟਲ ਰਾਈਟਸ ਬਾਰੇ ਗੱਲ ਕਰਾਂਗੇ। ਤਾਂ ਅੱਜ ਆਪਾਂ ਪਹਿਲਾਂ ਗੱਲ ਕਰਾਂਗੇ ਆਰਟੀਕਲ 16 ਬਾਰੇ। ਆਰਟੀਕਲ 16 ਦੇ ਵਿੱਚ ਕੀ ਹੈਗੇ ਨੇ ਸਬ ਪਾਰਟਸ ਵੀ ਹੈਗੇ ਨੇ। ਆਰਟੀਕਲ 16 ਦੇ ਕੀ ਸਬ ਪਾਰਟਸ ਹੈਗੇ ਨੇ, ਇਹਨਾਂ ਬਾਰੇ ਵੀ ਆਪਾਂ ਗੱਲ ਕਰਾਂਗੇ। ਆਰਟੀਕਲਸ ਜਿਹੜੇ ਹੈਗੇ ਨੇ ਤੁਹਾਨੂੰ ਕੀ ਹੈ ਇਸ ਕਲਾਸ ਦੇ ਵਿੱਚ ਤੁਹਾਨੂੰ ਕੀ ਫੰਡਾਮੈਂਟਲ ਰਾਈਟਸ ਨੂੰ ਡਿਟੇਲ ਦੇ ਵਿੱਚ ਪੜ੍ਹਾਇਆ ਜਾਏਗਾ, ਕਿਉਂਕਿ ਆਪਣੇ ਐਗਜ਼ਾਮਸ ਜਿਹੜੇ ਹੈਗੇ ਨੇ ਹੁਣ ਇੰਨੇ ਕੁ ਆਪਣਾ ਐਗਜ਼ਾਮਸ ਦੇ ਵਿੱਚ ਕੰਪੀਟੀਸ਼ਨ ਹੈਗਾ ਕਿ ਕੁਐਸਚਨਸ ਨੂੰ ਜਿਹੜੇ ਹੈਗਾ ਆਪਾਂ ਕਈ ਵਾਰ ਕੀ ਹੁੰਦਾ ਵੀ ਕੁਐਸਚਨ ਦੇ ਵਿੱਚ ਐਲੀਮੀਨੇਸ਼ਨ ਮੈਥਡ ਵੀ ਨਹੀਂ ਯੂਜ਼ ਕੀਤਾ ਜਾਂਦਾ, ਕਿਤੇ ਐਲੀਮੀਨੇਸ਼ਨ ਮੈਥਡ ਵੀ ਨਹੀਂ ਯੂਜ਼ ਕੀਤਾ ਜਾਂਦਾ, ਕਿਤੇ ਫੈਕਚੁਅਲ ਡਾਟਾ ਦਿੱਤਾ ਜਾਂਦਾ, ਜਿਹੜਾ ਕਿ ਆਪਾਂ ਨੂੰ ਕੀ ਜੇ ਆਪਾਂ ਐਲੀਮੀਨੇਟ ਕਰਨਾ ਤਾਂ ਆਪਾਂ ਨੂੰ ਕੀ ਕੁਝ ਫੈਕਚੁਅਲ ਡਾਟਾ ਵੀ ਪਤਾ ਹੋਣਾ ਚਾਹੀਦਾ। ਅਤੇ ਇਸ ਕਰਕੇ ਕੀ ਹੈ ਆਪਾਂ ਆਰਟੀਕਲਸ ਨੂੰ ਕੀ ਹੈ ਥੋੜ੍ਹਾ ਡਿਟੇਲ ਦੇ ਵਿੱਚ ਕਰ ਰਹੇ ਤਾਂ ਕਿ ਆਪਾਂ ਨੂੰ ਜਿਹੜਾ ਹੈਗਾ ਐਗਜ਼ਾਮ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਡਿਫੀਕਲਟੀ ਨਾ ਆਏ। ਸੋ ਆਈ ਹੋਪ ਗਾਈਜ਼ ਆਪਾਂ ਤੁਸੀਂ ਰੈਡੀ ਹੋ ਗਏ ਤਾਂ ਆਪਾਂ ਕੀ ਅੱਗੇ ਗੱਲ ਕਰਦੇ ਹਾਂ ਆਰਟੀਕਲ 16 ਬਾਰੇ। ਆਰਟੀਕਲ 16 ਕਲੋਜ਼ 1 ਬਾਰੇ ਗੱਲ ਕਰਦੇ ਹਾਂ। ਆਰਟੀਕਲ 16 ਕਲੋਜ਼ 1 ਪ੍ਰੋਵਾਈਡਸ ਫॉर ਇਕੁਐਲਿਟੀ ਆਫ ਓਪਰਚੁਨਿਟੀ ਫॉर all the citizens in case of public employment। ਹੁਣ ਇੱਥੇ ਕੀ ਗੱਲ ਕਰ ਰਹੇ ਨੇ, ਸਭ ਤੋਂ ਪਹਿਲਾਂ ਤੁਸੀਂ ਧਿਆਨ ਦੇਣਾ all the citizens ਮਤਲਬ ਕਿ ਭਾਰਤ ਦੇ ਨਾਗਰਿਕਾਂ ਨੂੰ ਸਾਰਿਆਂ ਨੂੰ ਕੀ ਹੈ ਇਕੁਐਲਿਟੀ ਦਿੱਤੀ ਜਾਂਦੀ ਹੈ, ਠੀਕ ਹੈ, ਸਾਰਿਆਂ ਨੂੰ ਕੀ ਹੈ ਓਪਰਚੁਨਿਟੀ, ਠੀਕ ਹੈ, ਮਤਲਬ ਕਿ ਇੱਕ ਜਿਹੜਾ ਹੈਗਾ ਆਪਾਂ ਅਵਸਰ ਪ੍ਰਦਾਨ ਕਰਨਾ, ਸਾਰਿਆਂ ਨੂੰ ਸਮਾਨ ਅਵਸਰ ਪ੍ਰਦਾਨ ਕਰਨਾ ਜੋਬ ਦਾ, ਸਰਕਾਰੀ ਨੌਕਰੀ ਦਾ। ਆਰਟੀਕਲ 16 ਕਲੋਜ਼ 1 ਦੇ ਵਿੱਚ ਇਹੀ ਗੱਲ ਕੀਤੀ ਜਾ ਰਹੀ ਹੈ ਵੀ ਆਰਟੀਕਲ 16 ਕਲੋਜ਼ 1 ਜਿਹੜਾ ਹੈਗਾ ਇਕੁਐਲਿਟੀ ਆਫ ਓਪਰਚੁਨਿਟੀ ਦਾ ਮਤਲਬ ਕੀ ਹੁੰਦਾ ਇੱਕ ਅਵਸਰ ਪ੍ਰਦਾਨ ਕਰਨਾ। ਤਾਂ ਆਪਣਾ ਕੀ ਸੰਵਿਧਾਨ ਜਿਹੜਾ ਹੈਗਾ ਆਰਟੀਕਲ 16 ਕਲੋਜ਼ 1 ਦੇ ਥਰੂ ਕੀ ਹੈ ਆਪਣੇ ਦੇਸ਼ ਦੇ ਨਾਗਰਿਕਾਂ ਨੂੰ ਕੀ ਹੈ ਬਰਾਬਰ ਦੇ ਨੌਕਰੀ ਪ੍ਰਾਪਤ ਕਰਨ ਲਈ ਅਵਸਰ ਪ੍ਰਦਾਨ ਕਰਦਾ ਹੈ। ਅੱਗੇ ਨੈਕਸਟ ਆਪਾਂ ਗੱਲ ਕਰਦੇ ਹਾਂ ਆਰਟੀਕਲ 16 ਕਲੋਜ਼ 2 ਬਾਰੇ। ਆਰਟੀਕਲ 16 ਕਲੋਜ਼ 2 ਪ੍ਰੋਹਿਬਿਟਸ ਦ ਸਟੇਟ ਫਰੋਮ ਡਿਸਕ੍ਰਿਮੀਨੇਟਿੰਗ ਅਗੇਂਸਟ ਦ ਸਿਟੀਜ਼ਨਸ ਓਨਲੀ ਔਨ ਦ ਗਰਾਊਂਡਸ ਆਫ ਰਿਲੀਜਨ, ਰੇਸ, ਕਾਸਟ, ਸੈਕਸ, place of birth, descent, residence or any of them in having access to public employment। ਹੁਣ ਕੀ ਆਰਟੀਕਲ 16 ਕਲੋਜ਼ 1 ਦੇ ਵਿੱਚ ਕੀ ਹੈ ਸਟੇਟ ਨੂੰ ਕੀ ਹੈ ਸਟੇਟ ਤੇ ਕੀ ਹੈ ਮਤਲਬ ਕਿ ਰਾਜ ਤੇ ਕੀ ਇੱਕ ਤਰ੍ਹਾਂ ਦੀ ਲਾਈ ਗਈ ਲਗਾਮ, ਮਤਲਬ ਕਿ ਉਹ ਕੀ ਕਿਸੇ ਤਰ੍ਹਾਂ ਦਾ ਭੇਦਭਾਵ ਨਹੀਂ ਕਰ ਸਕਦਾ। ਡਿਸਕ੍ਰਿਮੀਨੇਟ ਦਾ ਮਤਲਬ ਹੁੰਦਾ ਭੇਦਭਾਵ ਕਰਨਾ, ਕਿਸੇ ਨਾਲ ਊਚ ਨੀਚ ਦਾ ਭੇਦਭਾਵ ਕਰਨਾ। ਤਾਂ ਉਹਦੇ ਬਾਰੇ ਗੱਲ ਕਰ ਰਹੇ ਨੇ ਅਗੇਂਸਟ ਸਿਟੀਜ਼ਨ,
ਕਿਸੇ ਵੀ ਸਿਟੀਜ਼ਨ ਦੇ ਖਿਲਾਫ ਕਿੰਦੇ ਬਿਆਨ ਤੇ ਕਿੰਦੇ ਬੇਸ ਤੇ ਰਿਲੀਜਨ ਦੇ ਬੇਸ ਤੇ ਧਰਮ ਦੇ ਬੇਸ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਭੇਦਭਾਵ ਨਹੀਂ ਕਰ ਸਕਦਾ। ਰੇਸ ਦਾ ਮਤਲਬ ਕੀ ਹੈ, ਕੋਈ ਕਾਲਾ ਹੈ ਕੋਈ ਗੋਰਾ ਹੈ ਉਹਦੇ ਰੰਗ ਰੂਪ ਦੇ ਆਧਾਰ ਤੇ ਉਹਦੇ ਨਾਲ ਕੋਈ ਵੀ ਭੇਦਭਾਵ ਨਹੀਂ ਕਰ ਸਕਦਾ। ਅੱਗੇ ਗੱਲ ਕਰਦੇ ਕਾਸਟ ਦੇ SC ST ਜਨਰਲ OBC ਇਹਦੇ ਬੇਸ ਤੇ ਵੀ ਕਿਸੇ ਤਰ੍ਹਾਂ ਦਾ ਸਰਕਾਰ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਕਰ ਸਕਦੀ। ਉਹਦੇ ਸੈਕਸ ਦੇ ਬੇਸ ਤੇ ਮਤਲਬ ਕਿ ਜੈਂਡਰ ਮਤਲਬ ਸੈਕਸ ਮਤਲਬ ਕੀ ਹੈ ਵੀ ਮੇਲਸ ਨੂੰ ਜ਼ਿਆਦਾ ਓਪਰਚੁਨਿਟੀ ਦਿੱਤੀ ਜਾਏਗੀ ਕਿਸੇ ਚੀਜ਼ ਦੇ ਵਿੱਚ ਤੇ ਫੀਮੇਲਸ ਨੂੰ ਕੀ ਘੱਟ ਓਪਰਚੁਨਿਟੀ ਦਿੱਤੀ ਜਾਵੇਗੀ। ਇਸ ਕਰਕੇ ਕੀ ਹੈ ਜਿਹੜਾ ਹੈਗਾ ਗਵਰਨਮੈਂਟ ਰੀਸੈਂਟ ਟਾਈਮ ਦੇ ਵਿੱਚ ਕੀ ਹੈ ਕਨਸਟੀਟਿਊਸ਼ਨ ਦੇ ਵਿੱਚ ਵੀ ਆਪਣੇ ਅਮੈਂਡਮੈਂਟ ਕਰ ਰਹੀ ਹੈ ਤਾਂ ਕਿ ਜਿਹੜੀ ਵਿਮਨ ਹੈਗੀ ਆ ਵਿਮਨ ਐਮਪਾਵਰਮੈਂਟ ਵੀ ਵਧਾਈ ਜਾ ਸਕੇ। ਮਤਲਬ ਕਿ ਔਰਤਾਂ ਨੂੰ ਵੀ ਉਨਾ ਹੀ ਅਧਿਕਾਰ ਪ੍ਰਦਾਨ ਕੀਤੇ ਜਾਣ ਜਿੰਨੇ ਕਿ ਮਰਦਾਂ ਨੂੰ ਹੈਗੇ, ਮਤਲਬ ਕਿ ਉਹਨਾਂ ਨੂੰ ਬਰਾਬਰ ਬਣਾਉਣ ਦਾ ਅਧਿਕਾਰ ਹੈ। ਅੱਗੇ ਪਲੇਸ ਆਫ ਬਰਥ ਮਤਲਬ ਕਿ ਕਿਸੇ ਸਥਾਨ ਦੇ ਵਿੱਚ ਹੁਣ ਸਪੋਜ਼ ਕਰ ਲਓ ਕੋਈ ਕਹਿੰਦਾ ਵੀ ਜਿਹੜਾ ਹੈਗਾ ਤੂੰ ਕਿਸੇ ਵੀ ਸਟੇਟ ਦੇ ਵਿੱਚ ਜਾਂ ਕਿਸੇ ਵੀ ਫਲਾਣੀ ਪਲੇਸ ਤੇ ਜਿਹੜਾ ਹੈਗਾ ਤੂੰ ਬਰਥ ਲਿਆ ਇਸ ਕਰਕੇ ਤੈਨੂੰ ਜਿਹੜਾ ਹੈਗਾ ਗਵਰਨਮੈਂਟ ਡਿਪਰਾਈਵ ਕਰਦੀ। ਗਵਰਨਮੈਂਟ ਕੀ ਹੈ ਆਦਿ ਇਸ਼ਤਿਹਾਰ ਵਿੱਚ ਲਿਖ ਜਾਂਦੀ ਜਿਹੜੇ ਪਰਸਨ ਇੱਥੇ ਜਗ੍ਹਾ ਤੇ ਜਨਮ ਲਿਆ ਤਾਂ ਉਹਨੂੰ ਕੀ ਜਿਹੜਾ ਹੈਗਾ ਇਸ ਜੋਬ ਤੋਂ ਡਿਪਰਾਈਵ ਕੀਤਾ ਜਾਂਦਾ, ਰੋਕਿਆ ਜਾਂਦਾ। ਇਹ ਵੀ ਗਲਤ ਹੈ, ਇਸ ਤਰ੍ਹਾਂ ਵੀ ਸਰਕਾਰ ਨਹੀਂ ਕਰ ਸਕਦੀ। ਡੀਸੈਂਟ ਦਾ ਮਤਲਬ ਕਿ ਵੰਸ਼, ਕਿਸੇ ਵੀ ਵੰਸ਼ ਹੁਣ ਮੰਨ ਲਓ ਸਪੋਜ਼ ਕਰ ਲਓ ਕੋਈ ਸੂਰਿਆਵੰਸ਼ੀ ਹੈ ਕੋਈ ਕਿਸੇ ਵੰਸ਼ ਹੈਗਾ ਕਿਸੇ ਵੀ ਵੰਸ਼ ਨਾਲ ਰਿਲੇਟਡ ਹੈਗਾ ਚਾਹੇ ਉਹ ਸੂਰਿਆਵੰਸ਼ੀ ਹੈ ਯਦੁਵੰਸ਼ੀ ਜਾਂ ਕੋਈ ਵੀ ਹੈਗਾ ਨਾ ਕਿਸੇ ਤਰ੍ਹਾਂ ਦਾ ਉਹਦੇ ਨਾਲ ਭੇਦਭਾਵ ਨਹੀਂ ਕੀਤਾ ਜਾਂਦਾ। ਜੇਕਰ ਉਹ ਕੀ ਕੁਆਲੀਫਾਈ ਹੈਗਾ ਉਹ ਕੁਆਲੀਫਿਕੇਸ਼ਨ ਜ਼ਰੂਰ ਹੋਏਗੀ ਬਟ ਉੱਥੇ ਕੀ ਹੈ ਗਵਰਨਮੈਂਟ ਇਹ ਨਹੀਂ ਕਹਿ ਸਕਦੀ ਵੀ ਹਾਂ ਵੀ ਉਹ ਕੁਆਲੀਫਾਈਡ ਪਰਸਨ ਹੈਗਾ ਬਟ ਜੇਕਰ ਉਹ ਕੀ ਹੈ ਫਲਾਣੇ ਜਿਹੜੇ ਵੰਸ਼ ਨੂੰ ਜੇ ਰਿਪਰੈਜ਼ੈਂਟ ਕਰਦਾ ਤਾਂ ਉਹ ਕੀ ਹੈ ਜਿਹੜਾ ਹੈਗਾ ਜੋਬ ਦੇ ਵਿੱਚ ਨਹੀਂ ਆ ਸਕਦਾ। ਇੱਦਾਂ ਦਾ ਕੋਈ ਤਰ੍ਹਾਂ ਕਿਸੇ ਤਰ੍ਹਾਂ ਦਾ ਵੀ ਕੋਈ ਭੇਦਭਾਵ ਸਰਕਾਰ ਨਹੀਂ ਕਰ ਸਕਦੀ। ਅੱਗੇ ਰੈਜ਼ੀਡੈਂਸ ਦਾ ਮਤਲਬ ਕਿ ਹੁਣ ਕੀ ਕਿਸੇ ਵੀ ਜਿਹੜਾ ਹੈਗਾ ਰਹਿਣ ਸਥਾਨ ਦੇ ਤੌਰ 'ਤੇ ਵੀ ਕੀ ਜਿਹੜਾ ਹੈਗਾ ਭੇਦਭਾਵ ਨਹੀਂ ਕਰ ਸਕਦੀ ਜਾਂ ਫਿਰ ਇਹਨਾਂ ਸਾਰਿਆਂ ਦੇ ਵਿੱਚੋਂ ਕਿਸੇ ਤਰ੍ਹਾਂ ਦਾ ਕੋਈ ਵੀ ਭੇਦਭਾਵ ਕਰਦੀ ਹੈ ਜੇਕਰ ਸਰਕਾਰ ਕਿਸੇ ਵੀ ਸਿਟੀਜ਼ਨ ਨਾਲ ਕਿਸੇ ਵੀ ਭਾਰਤੀ ਨਾਲ ਤਾਂ ਉਹ ਕੀ ਗਲਤ ਹੈਗਾ ਅਤੇ ਆਪਾਂ ਕੀ ਉਹਦੇ ਖਿਲਾਫ ਜਿਹੜਾ ਹੈਗਾ ਕੇਸ ਜਿਹੜਾ ਹੈਗਾ ਦਾਇਰ ਕਰ ਸਕਦੇ ਸੁਪਰੀਮ ਕੋਰਟ ਦੇ ਵਿੱਚ। ਅੱਗੇ ਨੈਕਸਟ ਆਪਾਂ ਗੱਲ ਕਰਦੇ ਆਰਟੀਕਲ 16 ਕਲੋਜ਼ 3 ਦੀ। ਆਰਟੀਕਲ 16 ਕਲੋਜ਼ 3 ਕੀ ਕਹਿੰਦਾ ਹੈ ਅੰਡਰ ਆਰਟੀਕਲ 16 ਕਲੋਜ਼ 3 it is an exception to article 16 under article 16 clause 3 parliament is empowered to provide by law residence as a ground or qualification in having access to certain categories of employment under the state। ਹੁਣ ਇੱਥੇ ਕੀ ਗੱਲ ਕਰ ਰਹੇ ਨੇ ਵੀ ਇਹ ਜਿਹੜਾ ਆਰਟੀਕਲ 16 ਕਲੋਜ਼ 3 ਜਿਹੜਾ ਹੈਗਾ ਆਰਟੀਕਲ 16 ਦੇ ਵਿੱਚ ਇੱਕ ਐਕਸੈਪਸ਼ਨ ਹੈਗੀ। ਐਕਸੈਪਸ਼ਨ ਦਾ ਮਤਲਬ ਹੁੰਦਾ ਛੋਟ ਹੈਗੀ ਹੈ। ਛੋਟ ਹੈਗੀ ਕਿਸ ਦੀ ਛੋਟ ਹੈਗੀ ਹੈ ਅੰਡਰ ਆਰਟੀਕਲ 16 ਕਲੋਜ਼ 3। ਆਰਟੀਕਲ 16 ਕਲੋਜ਼ 3 ਦੇ ਵਿੱਚ ਕੀ ਕਿਹਾ ਜਾ ਰਿਹਾ ਹੈ ਪਾਰਲੀਮੈਂਟ ਇਜ਼ ਐਮਪਾਵਰਡ ਟੂ ਪ੍ਰੋਵਾਈਡ ਬਾਈ ਦਾ ਲਾਅ। ਹੁਣ ਕੀ ਜਿਹੜੇ ਪਾਰਲੀਮੈਂਟ ਹੈਗੀ ਨਾ ਪਾਰਲੀਮੈਂਟ ਨੂੰ ਇੱਕ ਸ਼ਕਤੀ ਪਾਰਲੀਮੈਂਟ ਮਤਲਬ ਸੰਸਦ ਨੂੰ ਇੱਕ ਸ਼ਕਤੀ ਦਿੱਤੀ ਗਈ ਹੈ ਆਪਣੇ ਸੰਵਿਧਾਨ ਦੁਆਰਾ। ਕਿਸ ਚੀਜ਼ ਦੀ ਸ਼ਕਤੀ ਵੀ ਕਾਨੂੰਨ ਦੁਆਰਾ ਇੱਕ ਸ਼ਕਤੀ ਦਿੱਤੀ ਗਈ ਵੀ ਜਿਹੜਾ ਹੈਗਾ ਉਹ ਕਿਸੇ ਵੀ ਸਥਾਨ ਨੂੰ ਜਿਹੜਾ ਹੈਗਾ ਐਜ਼ ਆ ਉਹਦੀ ਕੁਆਲੀਫਿਕੇਸ਼ਨ ਜਿਹੜੀ ਹੈ ਬਣਾ ਸਕਦੀ ਹੈ ਕਿਸੇ ਵੀ ਜੋਬ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ। ਹੁਣ ਸਪੋਜ਼ ਕਰ ਲਓ ਜਿਵੇਂ ਕਿ ਹੁਣ ਆਪਾਂ ਗੱਲ ਕਰ ਲੈਂਦੇ ਪੰਜਾਬ ਦੇ ਵਿੱਚ ਜੇਕਰ ਕੋਈ ਵੀ ਜਿਹੜੀ ਹੈਗੀ ਹੈ ਪਰਸਨ ਹੈਗਾ ਹੁਣ ਮੰਨ ਲਓ AB ਗ੍ਰੇਡ ਦੀ ਜੋਬ ਦੇ ਵਿੱਚ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਜਿਹੜੀ ਹੈਗੀ ਰੈਜ਼ੀਡੈਂਸ ਦਾ ਕੋਈ ਕੁਆਲੀਫਿਕੇਸ਼ਨ ਨਹੀਂ ਬਣਾਈ ਜਾਂਦੀ। ਬਟ ਹੁਣ ਕੀ ਇੱਥੇ ਕੁਆਲੀਫਿਕੇਸ਼ਨ ਕਿਵੇਂ ਬਣਾ ਦਿੱਤੀ ਜਾਂਦੀ ਕੁਛ ਜਿਹੜੀ ਕਿ D ਗ੍ਰੇਡ ਦੀ ਜੋਬਸ ਹੈਗੀਆਂ ਜਾਂ C ਗ੍ਰੇਡ ਦੀਆਂ ਜੋਬਸ ਹੈਗੀਆਂ ਨੇ ਉਹਦੇ ਵਿੱਚ ਕਿਤੇ ਜਿਹੜਾ ਹੈਗਾ ਸਰਕਾਰ ਕੀ ਹੈ ਆਦੇ ਬਿਆਨ 'ਤੇ ਕੀ ਹੈ ਕਿਸੇ ਨੂੰ ਜਿਹੜਾ ਹੈਗਾ ਇੱਕ ਇਸ਼ਤਿਹਾਰ ਦੇ ਵਿੱਚ ਉਹਨਾਂ ਨੂੰ ਕੀ ਕੁਆਲੀਫਾਈ ਜਿਹੜੀ ਹੈਗੀ ਹੈ ਰੈਜ਼ੀਡੈਂਸ ਨੂੰ ਇੱਕ ਰਹਿਣ ਸਥਾਨ ਨੂੰ ਜਾਂ ਸਟੇਟ ਨੂੰ ਡਿਸਟ੍ਰਿਕਟ ਨੂੰ ਕਿਸੇ ਵੀ ਚੀਜ਼ ਨੂੰ ਜਿਹੜਾ ਹੈਗਾ ਐਜ਼ ਆ ਉਹਦੀ ਕੁਆਲੀਫਿਕੇਸ਼ਨ ਬਣਾ ਕੇ ਇੱਕ ਇਸ਼ਤਿਹਾਰ ਜਿਹੜਾ ਹੈਗਾ ਜਿਹੜਾ ਕਰ ਸਕਦੀ ਹੈ। ਠੀਕ ਹੈ ਕਿ ਕਿਸੇ ਤਰ੍ਹਾਂ ਦੇ ਕੁਆਲੀਫਿਕੇਸ਼ਨ ਇਨ ਹੈਵਿੰਗ ਐਸੈਸ ਟੂ ਸਰਟਨ ਕੈਟਾਗਰੀਜ਼ ਆਫ ਇੰਪਲੋਇਮੈਂਟ ਅੰਡਰ ਦਾ ਸਟੇਟ ਬਟ ਉਹ ਕੀ ਸਟੇਟ ਦੇ ਅੰਡਰ ਹੋਏਗਾ। ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਆਰਟੀਕਲ 16 ਕਲੋਜ਼ 3 ਬਾਰੇ ਸਮਝ ਲੱਗ ਗਈ ਹੋਏਗੀ। ਜੇ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਵੀ ਡਾਊਟ ਹੋਏ ਤਾਂ ਤੁਸੀਂ ਕੀ ਜਿਹੜਾ ਹੈਗਾ ਕਮੈਂਟ ਸੈਕਸ਼ਨ ਵਿੱਚ ਦੱਸਣਾ ਤਾਂ ਆਪਾਂ ਕੀ ਨੈਕਸਟ ਲੈਕਚਰ ਦੇ ਵਿੱਚ ਉਹਨੂੰ ਕੀ ਹੈ ਸਮਝਾਵਾਂਗੇ ਤੁਹਾਨੂੰ। ਅੱਗੇ ਗੱਲ ਕਰਦੇ ਆਪਾਂ ਆਰਟੀਕਲ 16 ਕਲੋਜ਼ 4 ਬਾਰੇ। ਰਿਜ਼ਰਵੇਸ਼ਨ ਫॉर ਪਬਲਿਕ ਸਰਵਿਸਿਜ਼ ਫॉर ਐਜੂਕੇਸ਼ਨਲੀ ਐਂਡ ਸੋਸ਼ਲੀ ਬੈਕਵਰਡ ਕਲਾਸਿਸ ਵਿਚ ਆਰ ਨੋਟ ਐਡੁਕੇਟਰੀਲੀ ਰਿਪਰੈਜ਼ੈਂਟਡ ਇਨ ਦਾ ਸਟੇਟ ਸਰਵਿਸਿਜ਼। ਹੁਣ ਕੀ ਹੈ ਜਿਹੜੀ ਰਿਜ਼ਰਵੇਸ਼ਨ ਹੈ ਇੱਥੇ ਕੀ ਰਿਜ਼ਰਵੇਸ਼ਨ ਮਤਲਬ ਛੋਟ ਪ੍ਰਦਾਨ ਕੀਤੀ ਗਈ ਕਿਹਨਾਂ ਨੂੰ ਪਬਲਿਕ ਸਰਵਿਸਿਜ਼ ਦੇ ਵਿੱਚ ਮਤਲਬ ਕਿ ਸਰਕਾਰੀ ਨੌਕਰੀਆਂ ਦੇ ਵਿੱਚ ਇੱਕ ਛੋਟ ਪ੍ਰਦਾਨ ਕੀਤੀ ਗਈ ਕਿਹਨਾਂ ਨੂੰ ਐਜੂਕੇਸ਼ਨਲ ਅਤੇ ਸੋਸ਼ਲੀ ਬੈਕਵਰਡ ਕਲਾਸਿਸ ਜਿਹੜੀ ਹੈਗੇ ਨੇ ਜਿਹੜੇ ਵੀਕਰ ਸੈਕਸ਼ਨ ਹੈਗੇ ਨਾ ਐਜੂਕੇਸ਼ਨਲੀ ਅਤੇ ਸੋਸ਼ਲੀ ਜਿਹੜੇ ਵੀਕਰ ਸੈਕਸ਼ਨ ਹੈਗੇ ਨੇ ਸਪੋਜ਼ ਕਰ ਲਓ ਜਿਵੇਂ ਆਪਾਂ ਐਗਜ਼ਾਮਪਲ ਦੇ ਤੌਰ 'ਤੇ ਲੈ ਲੈਂਦੇ ਹਾਂ SCs ਇਹਨਾਂ ਨੂੰ ਕੀ ਜਿਹੜਾ ਹੈਗਾ ਸੋਸ਼ਲੀ ਅਤੇ ਐਜੂਕੇਸ਼ਨਲੀ ਵੀਕਰ ਸੈਕਸ਼ਨ ਕੰਸੀਡਰ ਕੀਤਾ ਜਾਂਦਾ ਅਤੇ ਇਹਨਾਂ ਵਿੱਚ ਕੀ ਜਿਹੜਾ ਹੈਗਾ ਉਹਨਾਂ ਨੂੰ ਕੀ ਜਿਹੜਾ ਹੈਗਾ ਦਿੱਤੀ ਗਈ ਹੈ ਇੱਕ ਛੋਟ ਦਿੱਤੀ ਜਾਂਦੀ ਹੈ ਉਹਨਾਂ ਵਾਸਤੇ ਰਿਜ਼ਰਵਡ ਸੀਟਾਂ ਦਿੱਤੀਆਂ ਜਾਂਦੀਆਂ। ਸਪੋਜ਼ ਕਰ ਲਓ 100 ਸੀਟਾਂ ਨੇ 100 ਸੀਟਾਂ ਦੇ ਵਿੱਚੋਂ ਜਿਹੜੀ ਹੈਗੇ ਨੇ SC ST ਵਾਸਤੇ ਕੀ
33% ਸੀਟਾਂ ਕੀ ਹੈ ਰਿਜ਼ਰਵ ਕਰਕੇ ਰੱਖੀ ਜਾਂਦੀਆਂ ਨੇ। ਉਹਨਾਂ ਦੇ ਵਿੱਚ ਕੀ SC ਕੈਟਾਗਰੀ ਦੇ ਵਿੱਚੋਂ ਹੀ ਜਿਹੜੀ ਹੈਗੀ ਮੈਰਿਟ ਬਣੇਗੀ ਅਤੇ ਉਹਨਾਂ ਦੇ ਵਿੱਚੋਂ ਹੀ ਜਿਹੜੇ ਹੈਗੇ ਨੇ SC ਜਾਂ ST ਕੈਂਡੀਡੇਟਸ ਕੀ ਹੈ ਉਹ ਜਿਹੜੀ ਹੈ ਸੀਟਸ ਫਿਲ ਕਰਨਗੇ। ਬਾਕੀ ਜਿਹੜੇ ਹੈਗੇ ਨੇ OBC ਜਨਰਲ ਕੈਟਾਗਰੀ ਵੀ ਹੋ ਸਕਦੇ, ਉਹਦੇ ਵਿੱਚ SC ਵੀ ਹੋ ਸਕਦੇ ਨੇ, ਬਟ ਉਹ ਕੀ ਹੈ ਉਹ ਜਿਹੜੀ ਹੈਗੀ ਜਨਰਲ ਕੈਟਾਗਰੀ ਜਿੰਨੇ ਮਾਰਕਸ ਹੋਣੇ ਚਾਹੀਦੇ ਨੇ। ਅੱਗੇ ਗੱਲ ਕਰਦੇ ਆਰਟੀਕਲ 16 ਕਲੋਜ਼ 4A ਬਾਰੇ। ਆਰਟੀਕਲ 16 ਕਲੋਜ਼ 4A ਦੇ ਵਿੱਚ ਕੀ ਹੈ, ਇਹਨੂੰ ਬਾਅਦ 'ਚ ਐਡ ਔਨ ਕੀਤਾ ਗਿਆ। ਕਦੋਂ ਐਡ ਔਨ ਕੀਤਾ ਗਿਆ? ਆਰਟੀਕਲ 16 ਕਲੋਜ਼ 4A ਐਡਡ 77th ਅਮੈਂਡਮੈਂਟ ਐਕਟ। ਹੁਣ ਕੀ ਇਹਨੂੰ ਕਿ 77ਵੀਂ ਸੋਧ ਦੁਆਰਾ 1996 ਦੇ ਵਿੱਚ ਇਹਨੂੰ ਕੀ ਐਡ ਔਨ ਕੀਤਾ ਗਿਆ ਸੰਵਿਧਾਨ ਦੇ ਵਿੱਚ। ਆਰਟੀਕਲ 16 ਕਲੋਜ਼ 4A which provided for reserving seats in the favor of SCs and STs even during promotions। ਹੁਣ ਕੀ ਪ੍ਰਮੋਸ਼ਨਸ ਦੇ ਵਿੱਚ ਪਹਿਲਾਂ ਕੀ ਸੀ, ਪਹਿਲਾਂ ਪ੍ਰਮੋਸ਼ਨਸ ਦੇ ਵਿੱਚ ਸੀਟਾਂ ਜਿਹੜੀ ਹੈਗੀਆਂ ਨੇ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਸੀ, ਰਿਜ਼ਰਵੇਸ਼ਨ ਦਿੱਤੀ ਜਾਂਦੀ ਸੀ SCs ਤੇ STs ਨੂੰ। ਬਟ ਬਾਅਦ 'ਚ ਕੀ ਜਿਹੜਾ ਹੈਗਾ ਸੁਪਰੀਮ ਕੋਰਟ ਦਾ ਇੱਕ ਵਰਡਿਕਟ ਆਇਆ ਜਿਹਦੇ ਵਿੱਚ ਕਿ ਉਹਨਾਂ ਨੂੰ ਕੀ ਜਿਹੜਾ ਹੈਗਾ ਪ੍ਰਮੋਸ਼ਨ ਟਾਈਮ 'ਤੇ ਕੀ ਜਿਹੜੀ ਹੈਗੀ ਕਿਸੇ ਤਰ੍ਹਾਂ ਦੀ ਕੋਈ ਰਿਜ਼ਰਵੇਸ਼ਨ ਨਹੀਂ ਦਿੱਤੀ ਜਾਂਦੀ। ਬਟ ਬਾਅਦ 'ਚ ਕੀ ਜਿਹੜਾ ਹੈਗਾ 77ਵੀਂ ਸੋਧ 1996 ਦੇ ਵਿੱਚ ਫਿਰ ਦੁਬਾਰਾ ਕੀ ਹੈ ਜਿਹੜਾ ਸੁਪਰੀਮ ਕੋਰਟ ਨੇ ਪਾਰਲੀਮੈਂਟ ਨੇ ਕਿ ਇੱਕ ਨਵਾਂ ਜਿਹੜਾ ਹੈਗਾ ਇੱਕ ਨਵਾਂ ਸੋਧ ਦੇ ਦੁਆਰਾ ਇੱਕ ਨਵਾਂ ਜਿਹੜਾ ਹੈਗਾ ਆਰਟੀਕਲ ਜਿਹੜਾ ਲੈ ਕੇ ਆਉਂਦਾ ਜਿਹਨੂੰ ਕਿ ਆਪਾਂ ਆਰਟੀਕਲ 16 ਕਲੋਜ਼ 4A ਦੇ ਨਾਮ ਨਾਲ ਜਾਣੀ ਗਏ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਵੀ ਜਿਹੜਾ ਹੈਗਾ ਪ੍ਰਮੋਸ਼ਨ ਟਾਈਮ ਕੀ ਹੈ SCs ਨੂੰ ਤੇ STs ਨੂੰ ਕੀ ਹੈ ਉਹਨਾਂ ਦੀਆਂ ਰਾਖਵੀਆਂ ਸੀਟਾਂ ਹੋਣਗੀਆਂ। ਸੋ ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਆਰਟੀਕਲ 16 ਕਲੋਜ਼ 4 ਆਰਟੀਕਲ 16 ਕਲੋਜ਼ 4A ਬਾਰੇ ਸਮਝ ਲੱਗ ਗਈ ਹੋਏਗੀ। ਜੇ ਫਿਰ ਵੀ ਕਿਸੇ ਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਡਾਊਟ ਹੋਏ ਤਾਂ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਦੱਸ ਸਕਦੇ ਹੋ। ਅੱਗੇ ਗੱਲ ਕਰਦੇ ਆਪਾਂ ਆਰਟੀਕਲ 16 ਕਲੋਜ਼ 5 ਬਾਰੇ। ਆਰਟੀਕਲ 16 ਕਲੋਜ਼ 5 ਕੀ ਗੱਲ ਕਰਦਾ ਹੈ? ਅੰਡਰ ਆਰਟੀਕਲ 16 ਕਲੋਜ਼ 5 empowers the state to prescribe or declare religion as a ground or qualification for requirement of candidates in certain categories of public employment। ਹੁਣ ਕੀ ਹੁੰਦਾ ਆਰਟੀਕਲ 16 ਕਲੋਜ਼ 5 ਦੇ ਵਿੱਚ ਕੀ ਹੈ, ਇੱਥੇ ਵੀ ਕੀ ਜਿਹੜਾ ਹੈਗਾ ਸਟੇਟ ਜਿਹੜਾ ਹੈਗਾ ਨਾ ਸਟੇਟ ਨੂੰ ਪ੍ਰਿਸਕ੍ਰਾਈਬ ਕੀਤਾ ਗਿਆ ਹੈ। ਇੱਕ ਸਟੇਟ ਜਿਹੜੀ ਹੈਗੀ ਡਿਕਲੇਅਰ ਕਰ ਸਕਦੀ ਹੈ। ਸਟੇਟ ਸਪੋਜ਼ ਕੱਲ ਪਾਰਲੀਮੈਂਟ ਕਰ ਸਕਦੀ ਹੈ। ਸਟੇਟ ਜਿਹੜੀ ਅਸੈਂਬਲੀ ਹੈਗੀ ਪਾਰਲੀਮੈਂਟ ਜੇਕਰ ਸਟੇਟ ਅਸੈਂਬਲੀ ਨੂੰ ਕੀ ਹੈ ਪਾਵਰਸ ਦਿੰਦੀ ਹੈ ਤਾਂ ਉਹ ਵੀ ਕੀ ਜਿਹੜਾ ਹੈਗਾ ਕਿਸੇ ਵੀ ਧਰਮ ਦੇ ਨਾਂ 'ਤੇ ਕੀ ਜਿਹੜੀ ਹੈਗੀ ਸੀਟਾਂ ਕੱਢ ਸਕਦੀ ਹੈ। ਤਾਂ ਉਹਦੇ ਵਿੱਚ ਕੀ ਜਿਹੜਾ ਹੈਗਾ ਰਿਲੀਜਨ ਨੂੰ ਧਰਮ ਨੂੰ ਐਜ਼ ਆ ਕੀ ਇੱਕ ਕੁਆਲੀਫਿਕੇਸ਼ਨ ਬਣਾਇਆ ਜਾ ਸਕਦਾ ਹੈ। ਜਿਵੇਂ ਤੁਹਾਨੂੰ ਕੀ ਐਗਜ਼ਾਮਪਲ ਦੇ ਤੌਰ 'ਤੇ ਦੱਸ ਦੇਣਾ SGPC ਦੇ ਵਿੱਚ ਕੀ ਹੈ ਸਿਰਫ ਜਿਹੜੇ ਹੈਗੇ ਨੇ ਸਿੱਖ ਧਰਮ ਤੋਂ ਜਿਹੜੇ ਬਿਲੋਂਗ ਕਰਦੇ ਨੇ ਸਿੱਖ ਹੈਗੇ ਨੇ ਉਹੀ ਜਿਹੜੇ ਹੈਗੇ ਨੇ ਉੱਥੇ ਜਾਂਦੇ ਨੇ, ਉਹਨਾਂ ਦੀ ਹੀ ਰਿਕਰੂਟਮੈਂਟ ਹੁੰਦੀ ਹੈ ਅਤੇ ਉਹਨਾਂ ਦੀ ਸੈਲਰੀਜ਼ ਵੀ ਹੁੰਦੀ ਹੈ। ਹੁਣ ਐਵੇਂ ਕੀ ਜਿਹੜਾ ਹੈਗਾ ਆਪਾਂ ਜਿਹੜਾ ਉੜੀਸਾ ਦੇ ਵਿੱਚ ਮੰਦਿਰ ਹੈਗੇ ਨੇ ਜਿਵੇਂ ਸੋਮਨਾਥ ਮੰਦਿਰ ਹੋ ਗਿਆ, ਸਨ ਟੈਂਪਲ ਹੋ ਗਿਆ। ਸਨ ਟੈਂਪਲ ਦੀ ਐਗਜ਼ਾਮਪਲ ਲੈ ਲੈਂਦੇ, ਉੱਥੇ ਜਿਹੜੇ ਪ੍ਰੀਸਟ ਹੈਗੇ ਨੇ ਉੱਥੋਂ ਦੇ ਪ੍ਰੀਸਟ ਜਿਹੜੇ ਹੈਗੇ ਨੇ ਪੁਜਾਰੀ ਹੈਗੇ ਨੇ ਉਹਨਾਂ ਦੀ ਜਿਹੜੀ ਹੈ ਸਰਕਾਰੀ ਤਨਖਾਹ ਹੈਗੀ। ਸਰਕਾਰ ਉਹਨਾਂ ਨੂੰ ਰਿਕਰੂਟ ਕਰਦੀ ਹੈ। ਉਹਨਾਂ ਦਾ ਧਰਮ ਹੋਣਾ ਚਾਹੀਦਾ, ਉਹਨਾਂ ਦਾ ਧਰਮ ਦੀ ਕੁਆਲੀਫਿਕੇਸ਼ਨ ਦੇ ਬੇਸ 'ਤੇ ਜਿਹੜੇ ਧਰਮ ਨੂੰ ਬਿਲੋਂਗ ਕਰਦੇ ਨੇ ਉਹਨਾਂ ਨੂੰ ਦੀ ਕੁਆਲੀਫਿਕੇਸ਼ਨ ਬਣਾ ਕੇ ਉਹਨਾਂ ਦੀ ਰਿਕਰੂਟਮੈਂਟ ਹੁੰਦੀ ਹੈ ਅਤੇ ਉਹਨਾਂ ਨੂੰ ਕੀ ਜਿਹੜਾ ਹੈਗਾ ਗੌਰਮੈਂਟ ਹੀ ਉਹਨਾਂ ਨੂੰ ਸੈਲਰੀ ਪ੍ਰੋਵਾਈਡ ਕਰਦੀ ਹੈ। ਸੋ ਆਈ ਹੋਪ ਗਾਈਜ਼ ਤੁਹਾਨੂੰ ਇਹਨਾਂ ਬਾਰੇ ਸਮਝ ਲੱਗ ਗਈ ਹੋਏਗੀ। ਨੈਕਸਟ ਆਪਾਂ ਗੱਲ ਕਰਦੇ ਹਾਂ ਆਰਟੀਕਲ 16 ਕਲੋਜ਼ 6 ਬਾਰੇ। ਆਰਟੀਕਲ 16 ਕਲੋਜ਼ 6 ਮੋਸਟ ਇੰਪੋਰਟੈਂਟ ਹੈਗਾ ਜਿਹੜਾ ਕਿ ਰੀਸੈਂਟਲੀ ਹੀ ਇਹਨੂੰ ਕੀ ਹੈ ਆਪਣੇ ਸੰਵਿਧਾਨ ਦੇ ਵਿੱਚ ਐਡ ਔਨ ਕੀਤਾ ਗਿਆ। ਤਾਂ ਇਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ। ਆਰਟੀਕਲ 16 ਕਲੋਜ਼ 6 ਐਡਡ ਟੂ ਆਰਟੀਕਲ 16 ਬਾਈ ਦ 103rd ਅਮੈਂਡਮੈਂਟ ਐਕਟ 2019। ਹੁਣ ਕੀ ਹੈ 103rd ਅਮੈਂਡਮੈਂਟ ਐਕਟ 130 ਅਮੈਂਡਮੈਂਟ ਐਕਟ ਦੇ ਵਿੱਚ ਇਹਨੂੰ ਕੀ ਐਡ ਔਨ ਕੀਤਾ ਗਿਆ ਜਿਹੜੀ ਕਿ ਕਦੋਂ ਹੋਈ 2019 ਦੇ ਵਿੱਚ ਇਹਨੂੰ ਕੀ ਐਡ ਕੀਤਾ ਗਿਆ। ਆਰਟੀਕਲ 16 ਕਲੋਜ਼ 6 empowers the state to make various provisions for the reservation in the appointment of members the economically weaker sections by the of society to the government post। ਹੁਣ ਕੀ ਹੈ ਇੱਥੇ ਕੀ ਹੈ EWS ਦਾ ਮਤਲਬ ਕੀ ਹੈ ਤੇ ਇਕਨੋਮਿਕਲੀ ਵੀਕਰ ਸੈਕਸ਼ਨ ਨੂੰ ਕੀ ਜਿਹੜੇ ਹੈਗੇ ਰਿਜ਼ਰਵੇਸ਼ਨ ਦਿੱਤੀ ਗਈ ਹੈ ਕਿਹਦੇ ਵਿੱਚ ਪਬਲਿਕ ਐਮਪਲੋਇਮੈਂਟ ਦੇ ਵਿੱਚ। ਪਬਲਿਕ ਐਮਪਲੋਇਮੈਂਟ ਦੇ ਵਿੱਚ ਕੀ ਹੈ ਗੌਰਮੈਂਟ ਨੇ ਕਿ ਇੱਕ ਜਿਹੜੀ ਇਕਨੋਮਿਕਲੀ ਵੀਕਰ ਸੈਕਸ਼ਨ ਦੀ ਇੱਕ ਲਿਮਿਟ ਜਿਹੜੀ ਹੈ 8 ਲੱਖ ਰੁਪਏ ਜਿਹੜੀ ਹੈਗੀ ਉਹਨੂੰ ਕੀ ਦਿੱਤਾ ਜਿਨ੍ਹਾਂ ਦੀ 8 ਲੱਖ ਤੋਂ ਘੱਟ ਜਿਹੜੀ ਹੈਗੀ ਇਨਕਮ ਹੈਗੀ ਹੈ ਉਹਨਾਂ ਨੂੰ ਕੀ ਹੈ ਇਕਨੋਮਿਕਲੀ ਵੀਕਰ ਸੈਕਸ਼ਨ ਕੰਸੀਡਰ ਕੀਤਾ ਜਾਂਦਾ, ਚਾਹੇ ਉਹ ਕੀ ਹੈ ਜਨਰਲ ਕੈਟਾਗਰੀ ਹੈ ਚਾਹੇ OBC ਹੈ SC ST। SC STs ਨੂੰ ਤਾਂ ਪਹਿਲਾਂ ਰਿਜ਼ਰਵੇਸ਼ਨ ਦਿੱਤੀ ਜਾਂਦੀ। ਮੇਨ ਬੈਨੀਫਿਟ ਹੈਗਾ ਕ੍ਰੀਮੀ ਲੇਅਰ ਆਫ OBC ਐਂਡ ਜਨਰਲ ਕੈਟਾਗਰੀ। ਇਹਨਾਂ ਦੋ ਜਿਹੜੀ ਕੈਟਾਗਰੀਜ਼ ਦੇ ਵਿੱਚ ਜਿਹੜੇ ਇਹਨਾਂ ਨੂੰ ਕੀ ਬੈਨੀਫਿਟਸ ਹੈਗੇ ਨੇ ਜਿਹੜੇ ਕੀ ਹੈ ਇਕਨੋਮਿਕਲੀ ਵੀਕਰ ਸੈਕਸ਼ਨ ਹੈਗੇ ਨੇ ਮਤਲਬ ਕਿ ਆਪਦੀ ਜਿਹੜੀ ਪੂੰਜੀ ਦੇ ਤੌਰ 'ਤੇ ਕੀ ਉਹਨਾਂ ਦੀ ਜ਼ਿਆਦਾ ਕਮਾਈ ਨਹੀਂ ਹੈਗੀ ਤਾਂ ਉਹਨਾਂ ਨੂੰ ਕੀ ਹੈ
ਜਿਹੜਾ ਇਕਨੋਮਿਕਲੀ ਵੀਕਰ ਸੈਕਸ਼ਨ ਕੰਸੀਡਰ ਕੀਤਾ ਜਾਏਗਾ, ਜਿਸ ਦੇ ਤੌਰ 'ਤੇ ਕੀ ਜਿਹੜਾ ਹੈਗਾ ਸਰਕਾਰ ਉਹਨਾਂ ਨੂੰ ਕੀ ਹੈ ਰਾਖਵੀਆਂ ਸੀਟਾਂ ਦੇਗੀ ਕਿਸੇ ਵੀ ਪਬਲਿਕ ਐਮਪਲੋਇਮੈਂਟ ਦੇ ਵਿੱਚ। ਆਈ ਹੋਪ ਗਾਇਜ਼ ਤੁਹਾਨੂੰ ਜਿਹੜਾ ਹੈਗਾ ਆਰਟੀਕਲ 16 ਪੂਰੀ ਤਰ੍ਹਾਂ ਸਮਝ ਲੱਗ ਗਿਆ ਹੋਏਗਾ। ਆਰਟੀਕਲ 16 ਦੇ ਵਿੱਚ ਪਹਿਲਾਂ ਕੀ ਗਈ ਸੀ 5 ਸਬ ਪਾਰਟਸ ਹੈਗੇ ਸੀ, ਬਟ 2019 ਦੇ ਵਿੱਚ ਕੀ 103rd ਅਮੈਂਡਮੈਂਟ ਐਕਟ ਦੇ ਬਾਅਦ ਕੀ ਹੈ 6ਵਾਂ ਐਡ ਆਨ ਹੋਇਆ। ਆਈ ਹੋਪ ਗਾਇਜ਼ ਤੁਹਾਨੂੰ ਆਰਟੀਕਲ 16 ਦੇ ਕਲੋਜ਼ ਤੇ ਆਰਟੀਕਲ 16 ਪੂਰੀ ਤਰ੍ਹਾਂ ਸਮਝ ਲੱਗ ਗਿਆ। ਅੱਗੇ ਆਪਾਂ ਗੱਲ ਕਰਦੇ ਹਾਂ ਆਰਟੀਕਲ 17। ਆਰਟੀਕਲ 17 ਬਾਰੇ ਗੱਲ ਕਰਦੇ ਹਾਂ, ਜਿਹਨੂੰ ਕਿ ਆਪਾਂ ਕੀ ਅਨਟੱਚੇਬਿਲਟੀ ਕਹਿ ਦਈਏ। ਅਨਟੱਚੇਬਿਲਟੀ ਨੂੰ ਪੰਜਾਬੀ 'ਚ ਕੀ ਕਹਿੰਦੇ ਨੇ ਛੂਤ ਅਛੂਤ। ਛੂਤ ਅਛੂਤ ਕੀ ਹੁੰਦਾ ਇਹ ਆਪਾਂ ਬਹੁਤ ਵਾਰੀ ਜਿਹੜਾ ਹੈਗਾ ਆਪਣੇ ਜਿਹੜੀ ਹੈਗੀਆਂ ਨੇ ਜੂਨੀਅਰ ਕਲਾਸਿਸ ਦੇ ਵਿੱਚ ਆਪਾਂ ਪੜ੍ਹਿਆ ਹੈਗਾ। ਇਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਆਰਟੀਕਲ 17 ਮੋਸਟ ਇੰਪੋਰਟੈਂਟ ਹੈਗਾ। ਆਰਟੀਕਲ 17 ਇੱਕ ਇਕੱਲਾ ਆਰਟੀਕਲ ਹੈਗਾ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਐਕਸੈਪਸ਼ਨ ਨਹੀਂ ਗੀ। ਬਾਕੀ ਆਪਾਂ ਕੋਈ ਵੀ ਜਿਹੜਾ ਹੈਗਾ ਨਾ ਆਪਾਂ ਕੋਈ ਵੀ ਆਰਟੀਕਲ ਦੇਖਾਂਗੇ, ਕੋਈ ਵੀ ਆਪਣਾ ਫੰਡਾਮੈਂਟਲ ਰਾਈਟ ਦੇਖਾਂਗੇ ਤਾਂ ਉਹਦੇ ਵਿੱਚ ਦਿੱਤਾ ਹੈ ਵੀ ਹਾਂ ਆਹ ਚੀਜ਼ ਹੈਗੀ, ਬਟ ਉਹਦੇ ਵਿੱਚ ਬਟ ਲੱਗਿਆ ਪਰ ਲੱਗਿਆ ਹੈ ਵੀ ਹਾਂ ਪਰ ਜੇਕਰ ਇਸ ਤਰ੍ਹਾਂ ਹੁੰਦਾ ਤਾਂ ਤੁਸੀਂ ਜਿਹੜਾ ਹੈਗਾ ਇਹ ਕੰਮ ਨਹੀਂ ਕਰ ਸਕਦੇ, ਤੁਹਾਨੂੰ ਇਹ ਅਧਿਕਾਰ ਤੋਂ ਵਾਂਝਾ ਰੱਖਿਆ ਜਾਏਗਾ। ਬਟ ਇੱਥੇ ਕੀ ਗੱਲ ਕੀਤੀ ਗਈ ਹੈ ਆਰਟੀਕਲ 17 ਦੇ ਵਿੱਚ ਇਹ ਗੱਲ ਕੀਤੀ ਗਈ ਵੀ ਕਿਸੇ ਵੀ ਤਰ੍ਹਾਂ ਇਹਨੂੰ ਕੀ ਹੈ ਨਕਾਰਿਆ ਨਹੀਂ ਜਾ ਸਕਦਾ। ਆਰਟੀਕਲ 17 abolishes untouchability in all its forms। ਹੁਣ ਇੱਥੇ ਕੀ ਗੱਲ ਕਰ ਰਿਹਾ ਅਨਟੱਚੇਬਿਲਟੀ ਮਤਲਬ ਛੂਤ ਅਛੂਤ ਨੂੰ ਕੀ ਪੂਰੀ ਤਰ੍ਹਾਂ ਖਤਮ ਕਰਦਾ। ਇੱਥੇ ਕਿਸੇ ਤਰ੍ਹਾਂ ਦਾ ਕੋਈ ਭੇਦਭਾਵ ਨਹੀਂ ਹੋਏਗਾ ਇਹਦੇ ਬੇਸ 'ਤੇ। ਇਟ ਇਜ਼ ਓਨਲੀ ਆਰਟੀਕਲ ਇਨ ਪਾਰਟ 3 ਵਿਚ ਇਜ਼ ਗਿਵਨ ਐਨ is an absolute terms without any exception or condition attached to it। ਤਾਂ ਉਹੀ ਗੱਲ ਆਪਾਂ ਕੀਤੀ ਹੈ ਵੀ ਇਹਦੇ ਨਾਲ ਕੋਈ ਕੰਡੀਸ਼ਨ ਨਹੀਂ ਅਟੈਚਡ ਹੈਗੀ। ਬਾਕੀ ਜਿਵੇਂ ਆਪਾਂ ਆਰਟੀਕਲਸ ਪੜ੍ਹੀ ਗਾ ਨਾ ਉਹਦੇ ਨਾਲ ਕੰਡੀਸ਼ਨਸ ਹੁੰਦੀਆਂ ਨੇ ਵੀ ਤੁਸੀਂ ਜਿਹੜਾ ਹੈਗਾ ਤੁਹਾਨੂੰ ਹਾਂ ਵੀ ਜਿਹੜਾ ਰਾਈਟ ਟੂ ਇਕੁਐਲਿਟੀ ਹੈਗਾ ਹੁਣ ਉਹਦੇ ਵਿੱਚ ਕੀ ਆਪਾਂ ਨੂੰ ਕੀ ਹੈ ਬੋਲਣ ਦਾ ਅਧਿਕਾਰ ਹੈਗਾ, ਬਟ ਬੋਲਣ ਦਾ ਅਧਿਕਾਰ ਹੈਗਾ ਬਟ ਉਹ ਉਦੋਂ ਤੱਕ ਬੋਲਣਾ ਜਿੱਥੇ ਤੱਕ ਆਪਾਂ ਕੀ ਆਪਣੇ ਸੰਵਿਧਾਨ ਦੇ ਵਿੱਚ ਮਤਲਬ ਕਿ ਆਪਣੀ ਕੰਟਰੀ ਵਾਸਤੇ ਜਿਹੜਾ ਹੈਗਾ ਵੀ ਆਪਣੇ ਕੰਟਰੀ ਵਾਸਤੇ ਕਿਸੇ ਤਰ੍ਹਾਂ ਦਾ ਵੀ ਅਨਫੇਵਰੇਬਲ ਨਾ ਹੋਵੇ। ਜੇਕਰ ਕਿਸੇ ਤਰ੍ਹਾਂ ਵੀ ਆਪਾਂ ਕੋਈ ਵੀ ਜਿਹੜਾ ਆਪ ਕਮੈਂਟ ਕਰਦੇ ਕਿਸੇ ਵੀ ਕੰਟਰੀ 'ਤੇ ਜਾਂ ਫਿਰ ਕਿਸੇ ਵੀ ਗੱਲ 'ਤੇ ਆਪਾਂ ਕਮੈਂਟ ਕਰਦੇ ਜਿਹੜਾ ਕਿ ਆਪਣੀ ਕੰਟਰੀ ਦੀ ਇੰਟੀਗ੍ਰਿਟੀ ਵਾਸਤੇ ਜਿਹੜਾ ਹੈਗਾ ਉਹਦੇ ਖਿਲਾਫ ਹੈਗਾ ਤਾਂ ਆਪਾਂ ਉਹਦੇ ਬਾਰੇ ਨਹੀਂ ਬੋਲ ਸਕਦੇ। ਅਤੇ ਇਹ ਕੰਡੀਸ਼ਨ ਉਹਦੇ ਨਾਲ ਲੱਗੀ ਹੋਈ ਹੈ, ਬਟ ਇਹ ਕੀ ਇਹਦੇ ਨਾਲ ਕਿਸੇ ਤਰ੍ਹਾਂ ਦੀ ਕੋਈ ਕੰਡੀਸ਼ਨ ਨਹੀਂ ਲੱਗੀ। ਅਨਟੱਚੇਬਿਲਟੀ ਇਜ਼ ਅਬੋਲਿਸ਼ਡ ਐਂਡ ਇਟਸ ਪ੍ਰੈਕਟਿਸ ਇਨ ਐਨੀ ਫੋਰਮ ਇਜ਼ ਫੋਰਬਿਡਨ। ਹੁਣ ਕੀ ਹੈ ਇਹਨੂੰ ਕਿ ਅਨਟੱਚੇਬਿਲਟੀ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾਂਦਾ ਹੈ ਅਤੇ ਇਟਸ ਪ੍ਰੈਕਟਿਸ ਹੁਣ ਇਹਦੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੈਕਟਿਸ ਹੈਗੀ ਉਹਨੂੰ ਕੀ ਫੋਰਬਿਡਨ। ਹੁਣ ਫੋਰਬਿਡਨ ਮਤਲਬ ਉਹਨੂੰ ਵੀ ਕੀ ਨਕਾਰਿਆ ਗਿਆ। ਦ ਐਨਫੋਰਸਮੈਂਟ ਆਫ ਐਨੀ ਡਿਸਐਬਿਲਿਟੀ ਅਰਾਈਜ਼ਿੰਗ ਆਊਟ ਆਫ ਅਨਟੱਚੇਬਿਲਟੀ ਸ਼ੈਲ ਬੀ ਐਨ ਓਫੈਂਸ ਪੁਨਿਸ਼ੇਬਲ ਇਨ ਅਕੋਰਡੈਂਸ ਵਿਦ ਦ ਲੋ। ਹੁਣ ਕੀ ਗੱਲ ਕਰ ਰਹੇ ਵੀ ਐਨਫੋਰਸਮੈਂਟ ਆਫ ਡਿਸਐਬਿਲਿਟੀ। ਹੁਣ ਡਿਸਐਬਿਲਿਟੀ ਦਾ ਮਤਲਬ ਕੀ ਹੁੰਦਾ ਵੀ ਆਪਾਂ ਅਨਟੱਚੇਬਿਲਟੀ ਦੀ ਪ੍ਰੈਕਟਿਸ ਕਰਦੇ ਹਾਂ ਉਹਦੇ ਖਿਲਾਫ ਕਿਸੇ ਉਹਦੇ ਕਾਰਨ ਕਿਸੇ ਤਰ੍ਹਾਂ ਦੀ ਕੋਈ ਡਿਸਐਬਿਲਿਟੀ ਹੁੰਦੀ ਹੈ ਕਿਸੇ ਵੀ ਪਰਸਨ ਨੂੰ ਕਿਸੇ ਤਰ੍ਹਾਂ ਦੀ ਕੋਈ ਤਕਲੀਫ ਹੁੰਦੀ ਹੈ ਅਨਟੱਚੇਬਿਲਟੀ ਦੀ ਪ੍ਰੈਕਟਿਸ ਕਰਕੇ ਤਾਂ ਉਹ ਕੀ ਜਿਹੜਾ ਹੈਗਾ ਕਾਨੂੰਨ ਦੇ ਖਿਲਾਫ ਹੈ ਅਤੇ ਉਹਦੇ ਖਿਲਾਫ ਜਿਹੜੀ ਕਿ ਸਜ਼ਾ ਦਿੱਤੀ ਜਾਏਗੀ ਕਿਸੇ ਵੀ ਪਰਸਨ ਨੂੰ ਚਾਹੇ ਕੋਈ ਵੀ ਪਰਸਨ ਹੋਏਗਾ। ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਇਹਦੇ ਬਾਰੇ ਸਮਝ ਲੱਗ ਗਈ ਹੋਏਗੀ। ਛੂਤ ਅਛੂਤ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਗਿਆ ਇੱਥੇ। ਅੱਗੇ ਗੱਲ ਕਰਦੇ ਹਾਂ ਆਰਟੀਕਲ 18 ਬਾਰੇ। ਆਰਟੀਕਲ 18 ਕਿਹਦੇ ਬਾਰੇ ਗੱਲ ਕਰਦਾ ਹੈ ਅਬੋਲਿਸ਼ਨ ਆਫ ਟਾਈਟਲਸ। ਅਬੋਲਿਸ਼ਨ ਆਫ ਟਾਈਟਲਸ ਕੀ ਹੁੰਦੇ ਨੇ ਮਤਲਬ ਕਿ ਇੱਕ ਆਪਾਂ ਕਹਿ ਦਈਏ ਨਾ ਵੀ ਉਪਹਾਰ ਜਿਹੜੇ ਹੁੰਦੇ ਨੇ ਆਪਣੇ ਜਿਹੜੀ ਸਰਕਾਰ ਦਿੰਦੀ। ਆਰਟੀਕਲ 18 ਕਲੋਜ਼ 1 ਬਾਰੇ ਗੱਲ ਕਰਦੇ ਹਾਂ। ਆਰਟੀਕਲ 18 ਕਲੋਜ਼ 1 ਪ੍ਰੋਹਿਬਿਟਸ the state from conferring any title except in the form of military and academic distinction। ਹੁਣ ਇਹਦੇ ਵਿੱਚ ਕੀ ਗੱਲ ਕੀਤੀ ਗਈ ਵੀ ਜਿਹੜਾ ਹੈਗਾ ਆਰਟੀਕਲ 18 ਕਲੋਜ਼ 1 ਦੇ ਵਿੱਚ ਕੀ ਪ੍ਰੋਹਿਬਿਟ ਕੀਤਾ ਗਿਆ। ਪ੍ਰੋਹਿਬਿਟ ਮਤਲਬ ਕਿ ਮਨਾਹੀ ਕੀਤੀ ਗਈ ਹੈ ਸਟੇਟ ਨੂੰ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੈਗਾ ਟਾਈਟਲ ਕਿਸੇ ਵੀ ਪਰਸਨ ਨੂੰ ਦੇਣ ਦਾ। ਹੁਣ ਜਿਵੇਂ ਕਿ ਪਹਿਲਾਂ ਕੀ ਹੁੰਦਾ ਸੀ ਨਾ ਪਹਿਲਾਂ ਵੀ ਪਰਸਨ ਨੂੰ ਕਿਸੇ ਵੀ ਪਰਸਨ ਨੂੰ ਵਜ਼ੀਰੇ ਆਲਾ ਇਹ ਉਹਨਾਂ ਨੂੰ ਦੇ ਦਿੱਤਾ ਜਾਂਦਾ ਸੀ, ਉਹਨਾਂ ਨੂੰ ਇਹ ਟਾਈਟਲ ਦਿੱਤੇ ਜਾਂਦੇ ਸੀ ਦੇ ਟਾਈਟਲ ਨਾਲ ਆਪਾਂ ਯਾਦ ਕਰਦੇ ਸੀ। ਜਿਵੇਂ ਕਿੰਗ ਨੂੰ ਆਪਾਂ ਕਿੰਗ ਕੁਈਨ ਰਾਜਕੁਮਾਰ ਹੋ ਗਿਆ ਠੀਕ ਹੈ ਉਹਨਾਂ ਪ੍ਰਿੰਸ ਹੋ ਗਿਆ ਵਗੈਰਾ ਵਗੈਰਾ ਉਹਨਾਂ ਨੂੰ ਆਪਾਂ ਇਸ ਤਰ੍ਹਾਂ ਉਹਨਾਂ ਨੂੰ ਇੱਕ ਹਿਸਾਬ ਨਾਲ ਉਹਨਾਂ ਨੂੰ ਟਾਈਟਲ ਹੀ ਦੇ ਦਿੱਤਾ ਜਾਂਦਾ ਸੀ ਨਾ ਤਾਂ ਆਪਾਂ ਉਹਨਾਂ ਨੂੰ ਕਰਦੇ ਸੀ ਅਤੇ ਉਹਨਾਂ ਨਾਲ ਆਪਾਂ ਜੇਕਰ ਕੰਪੇਅਰ ਕਰਦੇ ਸੀ ਤਾਂ ਆਪਾਂ ਕੀ ਇਨਫੀਰੀਅਰ ਲੱਗਦੇ ਸੀ। ਅਤੇ ਇਸੇ ਕਾਰਨ ਕਰਕੇ ਕੀ ਆਰਟੀਕਲ 18 ਕਲੋਜ਼ 1 ਦੇ ਵਿੱਚ ਕੀ ਹੈ ਇਸ ਚੀਜ਼ ਨੂੰ ਖਤਮ ਕੀਤਾ ਗਿਆ ਵੀ ਸਟੇਟ ਕਿਸੇ ਵੀ ਪਰਸਨ ਨੂੰ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦਾ ਕੋਈ ਟਾਈਟਲ ਨਹੀਂ ਦੇਗੀ ਤਾਂ ਕਿ ਇਹ ਜਿਹੜਾ ਕਿਸੇ ਵੀ ਆਪਣੇ ਦੇਸ਼ ਦੇ ਨਾਗਰਿਕ ਦੇ ਮਾਈਂਡ 'ਚ ਇਹ ਨਾ ਆਵੇ ਵੀ ਜਿਹੜਾ ਹੈਗਾ ਵੀ ਉਹ ਜਿਹੜਾ ਹੈਗਾ ਦੇਸ਼ ਦੀ ਸਰਕਾਰ ਦੀ ਨਜ਼ਰਾਂ ਦੇ ਵਿੱਚ ਚੰਗਾ ਪਰਸਨ ਹੈ ਅਤੇ ਅਸੀਂ ਜਿਹੜੇ ਹੈਗੇ
ਵੀ ਉਹਨਾਂ ਤੋਂ ਡਿਪਰਾਈਵਡ ਹੈਗੇ, ਉਹਨਾਂ ਤੋਂ ਥੱਲੇ ਹੈਗੇ। ਤੇ ਇਸ ਕਰਕੇ ਕੀ ਇਹਨੂੰ ਖਤਮ ਕਰ ਦਿੱਤਾ ਗਿਆ। ਬਟ ਇਹਦੇ ਵਿੱਚ ਇੱਕ ਗੱਲ ਇਹ ਕੀਤੀ ਗਈ ਹੈ ਵੀ ਜਿਹੜਾ ਹੈਗਾ ਇਨ ਦਾ ਫੋਰਮ ਆਫ, ਹੁਣ ਕੀ ਹੈ ਸਟੇਟ ਦੇ ਸਕਦੀ ਹੈ ਟਾਈਟਲ, ਬਟ ਕਿਹੜੇ ਕਿਹੜੇ ਦੇਵੇਗੀ, ਸਿਰਫ ਦੋ ਦੇ ਸਕਦੀ ਹੈ, ਮਿਲਟਰੀ ਟਾਈਟਲ ਦੇ ਸਕਦੀ ਤੇ ਇੱਕ ਅਕੈਡਮਿਕ ਟਾਈਟਲ। ਮਿਲਟਰੀ ਟਾਈਟਲ ਦੇ ਵਿੱਚ ਕੀ ਹੁੰਦਾ, ਮਿਲਟਰੀ ਦੇ ਵਿੱਚ ਹੁਣ ਸਪੋਜ਼ ਕਰ ਲਓ ਕੋਈ ਵੀ ਪਰਸਨ ਜੰਗ ਦੇ ਵਿੱਚ ਉਹਨੇ ਕੋਈ ਇਸ ਤਰ੍ਹਾਂ ਦੇ ਕੰਮ ਕੀਤੇ ਨੇ ਜਿਹਦੇ ਕਰਕੇ ਕੀ ਉਹਨੂੰ ਪਰਸਨ ਨੂੰ ਜਿਹੜਾ ਹੈਗਾ ਉਹ ਪਰਸਨ ਨੇ ਆਪਣੇ ਦੇਸ਼ ਦੀ ਸੁਰੱਖਿਆ ਕੀਤੀ ਹੈ, ਤਾਂ ਉਹਨੂੰ ਕੀ ਜਿਹੜਾ ਹੈਗਾ ਆਪਣੀ ਦੇਸ਼ ਦੀ ਸਰਕਾਰ ਉਹਨੂੰ ਕੀ ਐਜ਼ ਅ ਪ੍ਰੇਜ਼, ਉਹਦੀ ਪ੍ਰੇਜ਼ ਕਰਨ ਲਈ, ਉਹਦਾ ਉਤਸ਼ਾਹ ਵਧਾਉਣ ਲਈ ਕਿ ਉਹਨੂੰ ਜਿਹੜਾ ਹੈਗਾ ਦੇ ਸਕਦੀ ਕਿਸੇ ਵੀ ਮਤਲਬ ਕਿ ਕੋਈ ਟਾਈਟਲ ਦੇ ਸਕਦੀ ਹੈ ਮਿਲਟਰੀ ਅਵਾਰਡ। ਬਟ ਇੱਕ ਹੋਰ ਦੇ ਸਕਦੀ ਅਕੈਡਮਿਕ ਅਵਾਰਡ। ਅਕੈਡਮਿਕ ਅਵਾਰਡ ਕਿਹੜਾ ਹੈਗਾ, ਅਕੈਡਮਿਕ ਟਾਈਟਲ ਜਿਵੇਂ ਡਾਕਟਰ ਦਾ ਟਾਈਟਲ ਇੱਕ ਅਕੈਡਮਿਕ ਟਾਈਟਲ ਹੈਗਾ। ਇੰਜੀਨੀਅਰ ਦਾ ਇੱਕ ਟਾਈਟਲ ਕੀ ਹੈ, ਅਕੈਡਮਿਕ ਟਾਈਟਲ ਹੈਗਾ। ਤੇ ਇਹ ਕੀ ਜਿਹੜਾ ਹੈਗਾ ਗਵਰਨਮੈਂਟ ਦੇ ਸਕਦੀ, ਬਟ ਅਦਰਵਾਈਜ਼ ਕੋਈ ਨਹੀਂ ਦੇ ਸਕਦੀ। ਨੈਸ਼ਨਲ ਅਵਾਰਡਸ ਆਲਸੋ ਨੋਨ ਐਜ਼ ਪਦਮਾ ਅਵਾਰਡਸ। ਹੁਣ ਜੇ ਨੈਸ਼ਨਲ ਅਵਾਰਡਸ ਹੈਗੇ ਨਾ, ਪਦਮ ਸ਼੍ਰੀ, ਪਦਮ ਵਿਭੂਸ਼ਣ, ਪਦਮ ਭੂਸ਼ਣ, ਇਹ ਸਾਰੇ ਕੀ ਨੇ, ਇਹਨਾਂ ਨੂੰ ਕੀ ਪਦਮਾ ਅਵਾਰਡਸ ਵੀ ਕਿਹਾ ਜਾਂਦਾ। ਨੈਸ਼ਨਲ ਅਵਾਰਡਸ ਜਾਂ ਫਿਰ ਇਹਨਾਂ ਨੂੰ ਕੀ ਨਾਮ ਦਿੱਤਾ ਜਾਂਦਾ, ਪਦਮਾ ਅਵਾਰਡਸ। ਤਾਂ ਇਹਨਾਂ ਨੂੰ ਕੀ ਇਹ ਨਾਮ ਦਿੱਤਾ ਗਿਆ, ਤਾਂ ਇਹ ਵੀ ਜਿਹੜਾ ਹੈਗਾ ਸਰਕਾਰ ਦੇ ਸਕਦੀ ਹੈ। ਬਟ ਇੱਕ ਕੰਡੀਸ਼ਨ ਇੱਥੇ ਇਹਨਾਂ ਨਾਲ ਇੱਕ ਕੰਡੀਸ਼ਨ ਵੀ ਐਡ ਆਨ ਹੈਗੀ ਹੈ ਵੀ ਜੇਕਰ ਸਰਕਾਰ ਉਹਨਾਂ ਨੂੰ ਜਿਹੜੇ ਹੈਗੇ ਇਹ ਟਾਈਟਲ ਦਿੱਤੇ ਨੇ ਸਰਕਾਰ ਨੇ, ਬਟ ਉਹ ਪਰਸਨ ਜਿਸ ਪਰਸਨ ਨੂੰ ਕੀ ਹੈ ਪਦਮਾ ਅਵਾਰਡ ਦਿੱਤਾ ਗਿਆ, ਤਾਂ ਉਹ ਕੀ ਹੈ ਜਿਹੜਾ ਹੈਗਾ ਉਹਨੂੰ ਆਪਦੇ ਨਾਮ ਦੇ ਅਗੇਤਰ ਜਾਂ ਨਾਮ ਦੇ ਪਿਛੇਤਰ ਦੇ ਤੌਰ 'ਤੇ ਨਹੀਂ ਯੂਜ਼ ਕਰ ਸਕਦਾ। ਫੋਰ ਐਗਜ਼ਾਮਪਲ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ, ਆਪਣੇ ਸਾਊਥ ਇੰਡਸਟਰੀ ਦੇ ਵਿੱਚ, ਸਾਊਥ ਫਿਲਮ ਇੰਡਸਟਰੀ ਦੇ ਵਿੱਚ ਇੱਕ ਪਰਸਨ ਹੈਗੇ ਨੇ, ਇੱਕ ਐਕਟਰ ਹੈਗੇ ਨੇ ਬ੍ਰਹਮਾਨੰਦਮ ਬਾਬੂ ਨੂੰ ਕੀ ਹੈ ਜਿਹੜਾ ਹੈਗਾ ਪਦਮ ਸ਼੍ਰੀ ਅਵਾਰਡ ਆਈ ਥਿੰਕ ਤੋਂ ਦਿੱਤਾ ਗਿਆ। ਤਾਂ ਉਹਨਾਂ ਨੇ ਕੀ ਕੀਤਾ, ਦ ਵੈਰੀ ਈਵਨਿੰਗ ਉਹਨਾਂ ਨੇ ਕੀ ਕੀਤਾ ਵੀ ਉਹ ਜਿਹੜਾ ਹੈਗਾ ਨੇਮ ਪਲੇਟ ਲਗਾ ਕੇ ਪਦਮ ਸ਼੍ਰੀ ਬ੍ਰਹਮਾਨੰਦਮ ਬਾਬੂ ਦੀ ਨੇਮ ਪਲੇਟ ਲਗਾ ਕੇ ਆਪਣੇ ਘਰ ਦੇ ਬਾਹਰ ਲਗਾ ਲਈ। ਕਿਸੇ ਪਰਸਨ ਉਸ ਚੀਜ਼ ਦੀ ਨੌਲੇਜ ਹੋਏਗੀ ਤਾਂ ਉਹਨਾਂ ਨੇ ਕੀ ਹੈ ਜਿਹੜਾ ਹੈਗਾ ਉਹਨੇ ਖਿਲਾਫ ਆਵਾਜ਼ ਕੀਤੀ, ਤਾਂ ਉਹਨਾਂ ਨੇ ਕੀ ਕੀਤਾ ਫਿਰ ਜਿਹੜਾ ਹੈਗਾ ਉਹਨਾਂ ਨੇ ਉਹ ਅਵਾਰਡ, ਉਹਨਾਂ ਨੂੰ ਕੀ ਇੱਕ ਨੋਟਿਸ ਆਇਆ, ਬ੍ਰਹਮਾਨੰਦ ਬਾਬੂ ਤੁਸੀਂ ਜਿਹੜਾ ਹੈਗਾ ਇਹ ਜਿਹੜਾ ਹੈਗਾ ਟਾਈਟਲ ਨੂੰ ਕੀ ਹੈ ਇਹ ਨੇਮ ਪਲੇਟ ਨੂੰ ਹਟਾ ਲਓ, ਅਦਰਵਾਈਜ਼ ਅਸੀਂ ਕੀ ਜਿਹੜਾ ਹੈਗਾ ਇਹ ਅਵਾਰਡ ਵਾਪਸ ਲੈ ਲਾਂਗੇ। ਮਤਲਬ ਕੀ ਹੈ ਦੇਸ਼ ਦੀ ਸਰਕਾਰ ਤੁਹਾਨੂੰ ਪਦਮਾ ਅਵਾਰਡਸ ਦੇਗੀ, ਪਦਮ ਜਿਹੜੇ ਹੈਗੇ ਨੈਸ਼ਨਲ ਅਵਾਰਡਸ ਦੇਗੀ, ਬਟ ਉਹਨੂੰ ਕੀ ਤੁਸੀਂ ਆਪਦੇ ਨਾਮ ਦੇ ਅਗੇਤਰ ਜਾਂ ਪਿਛੇਤਰ ਦੇ ਤੌਰ 'ਤੇ ਨਹੀਂ ਯੂਜ਼ ਕਰ ਸਕਦੇ। ਅਕੈਡਮਿਕ ਅਤੇ ਮਿਲਟਰੀ ਅਵਾਰਡਸ ਨੂੰ ਤੁਸੀਂ ਜਿਹੜਾ ਯੂਜ਼ ਕਰ ਸਕਦੇ ਹੋ। ਜਿਵੇਂ ਅਕੈਡਮਿਕ ਅਵਾਰਡ ਆਪਾਂ ਡਾਕਟਰ ਦੇ ਨਾਮ 'ਤੇ ਡਾਕਟਰ ਦਿਸ ਐਂਡ ਦਿਸ ਆਪਾਂ ਕਹਿ ਦਈਏ ਨਾ, ਤਾਂ ਉਹ ਤਾਂ ਆਪਾਂ ਕਰ ਸਕਦੇ ਹਾਂ। ਬਟ ਕੀ ਹੈ ਜਿਹੜੇ ਹੈਗੇ ਨੈਸ਼ਨਲ ਅਵਾਰਡਸ ਨੂੰ ਐਜ਼ ਅ ਸਫਿਕਸ ਅਤੇ ਪ੍ਰੀਫਿਕਸ ਨਹੀਂ ਯੂਜ਼ ਕਰ ਸਕਦੇ। ਆਈ ਹੋਪ ਗਾਇਜ਼ ਤੁਹਾਨੂੰ ਆਰਟੀਕਲ 18 ਕਲੋਜ਼ 1 ਬਾਰੇ ਸਮਝ ਲੱਗ ਗਈ ਹੋਏਗੀ। ਅੱਗੇ ਆਪਾਂ ਗੱਲ ਕਰਦੇ ਹਾਂ ਆਰਟੀਕਲ 18 ਕਲੋਜ਼ 2। Article 18 clause 2 prohibits the citizen of India from exempting any title from the foreign state। ਹੁਣ ਆਰਟੀਕਲ 18 ਕਲੋਜ਼ 2 ਕੀ ਗੱਲ ਕਰਦਾ, ਉਹ ਇਹ ਗੱਲ ਕਰਦਾ ਵੀ ਇਹ ਜਿਹੜਾ ਹੈਗਾ ਪ੍ਰੋਹਿਬਿਟ ਕਰਦਾ ਸਿਟੀਜ਼ਨ ਆਫ ਇੰਡੀਆ, ਆਪਣੇ ਭਾਰਤ ਦੇ ਨਾਗਰਿਕ ਨੂੰ ਕੀ ਜਿਹੜਾ ਹੈਗਾ ਬਾਹਰਲੇ ਕਿਸੇ ਵਿਦੇਸ਼ੀ ਦੇਸ਼ ਤੋਂ ਜਿਹੜਾ ਹੈਗਾ ਵਿਦੇਸ਼ ਤੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਟਾਈਟਲ ਪ੍ਰਾਪਤ ਕਰਨ ਤੋਂ ਉਹਦੇ 'ਤੇ ਮਨਾਹੀ ਜਿਹੜੀ ਹੈਗੀ ਹੈ ਲਗਾਉਂਦੀ ਹੈ। ਜੇਕਰ ਉਹਨੂੰ ਉਹ ਟਾਈਟਲ ਲੈਣਾ ਤਾਂ ਉਹਨੂੰ ਕੀ ਪਰਮਿਸ਼ਨ ਲੈਣੀ ਪਏਗੀ, ਅਦਰਵਾਈਜ਼ ਕਿ ਉਹ ਆਪਦੀ ਮਰਜ਼ੀ ਨਾਲ ਕਿਸੇ ਤਰ੍ਹਾਂ ਦਾ ਕੋਈ ਵੀ ਟਾਈਟਲ ਕਿਸੇ ਵੀ ਫੋਰਨ ਸਟੇਟ ਤੋਂ ਨਹੀਂ ਲੈ ਸਕਦਾ। ਸਪੋਜ਼ ਕਰ ਲਓ ਪਾਕਿਸਤਾਨ ਕਿਸੇ ਵੀ ਆਪਣੇ ਪਰਸਨ ਨੂੰ ਕਹਿੰਦਾ ਵੀ ਹਾਂਜੀ ਅਸੀਂ ਤੁਹਾਨੂੰ ਜਿਹੜਾ ਹੈਗਾ ਫਲਾਣਾ ਅਵਾਰਡ ਦੇਣਾ, ਉਹਨਾਂ ਦਾ ਕੋਈ ਵੀ ਅਵਾਰਡ ਹੋਏ ਤਾਂ ਉਹ ਜਿਹੜਾ ਹੈਗਾ ਅਵਾਰਡ ਤਦ ਹੀ ਲੈ ਸਕਦੇ ਜਦੋਂ ਕੀ ਇੱਥੋਂ ਪਰਮਿਸ਼ਨ ਹੈਗੀ, ਬਟ ਇਸ ਤਰ੍ਹਾਂ ਦੀ ਕਿਸੇ ਨੂੰ ਵੀ ਜਿਹੜੇ ਕਿ ਇੱਥੇ ਪਰਮਿਸ਼ਨ ਨਹੀਂ। ਅੱਗੇ ਗੱਲ ਕਰਦੇ ਆਰਟੀਕਲ 18 ਕਲੋਜ਼ 3 ਨੂੰ। Article 18 clause 3 under Article 18 clause 3 a foreigner holding any office of profit or trust in the state cannot exempt any title from the foreign state without the consent of the president। ਹੁਣ ਕੀ ਕੋਈ ਵੀ ਫੋਰਨਰ ਹੈਗਾ ਆਪਣੇ ਦੇਸ਼ ਦੇ ਵਿੱਚ ਜਿਹੜਾ ਹੈਗਾ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਆਫਿਸ ਆਫ ਪ੍ਰੋਫਿਟ 'ਤੇ ਕੰਮ ਕਰ ਰਿਹਾ, ਆਫਿਸ ਆਫ ਪ੍ਰੋਫਿਟ ਉਹ ਹੁੰਦਾ ਜਿੱਥੋਂ ਕਿ ਆਪਾਂ ਕੀ ਦੇਸ਼ ਦੀ ਸਰਕਾਰ ਤੋਂ ਤਨਖਾਹ ਦੇ ਰੂਪ ਦੇ ਵਿੱਚ ਜਾਂ ਫਿਰ ਭੱਤੇ ਦੇ ਰੂਪ ਦੇ ਵਿੱਚ ਕੋਈ ਵੀ ਆਪਾਂ ਜਿਹੜਾ ਹੈਗਾ ਰੁਪਏ ਲੈ ਰਹੇ ਹਾਂ ਤਾਂ ਉਹਨੂੰ ਕੀ ਆਫਿਸ ਆਫ ਪ੍ਰੋਫਿਟ ਕੰਸੀਡਰ ਕਰਦੇ ਆ। ਜੇਕਰ ਹੁਣ ਕੋਈ ਵੀ ਫੋਰਨਰ ਜਿਹੜਾ ਹੈਗਾ ਆਪਣੇ ਦੇਸ਼ ਦੇ ਵਿੱਚ ਕਿਸੇ ਵੀ ਲਾਭਦਾਇਕ ਅਹੁਦੇ 'ਤੇ ਕੰਮ ਕਰ ਰਿਹਾ ਤਾਂ ਉਹਨੂੰ ਕੋਈ ਵੀ ਉਹੀ ਕੰਟਰੀ ਸਪੋਜ਼ ਕਰ ਲਓ ਉਹਦੀ ਜਿਹੜੀ ਹੈਗੀ ਉਹਦੀ ਮਦਰ ਕੰਟਰੀ ਜਿਹੜੀ ਹੈਗੀ ਹੈ ਉਹਨੂੰ ਕੀ ਕੋਈ ਵੀ ਅਵਾਰਡ ਦੇਣਾ ਚਾਹੁੰਦੀ ਹੈ ਵੀ ਤੈਨੂੰ ਜਿਹੜਾ ਹੈਗਾ ਅਸੀਂ ਅਵਾਰਡ ਦੇਣਾ, ਤਾਂ ਉਹਨਾਂ ਨੂੰ ਕੀ ਜਿਹੜਾ ਹੈਗਾ ਉਹ ਇਨਵਾਈਟ ਕਰਨਗੇ। ਤਾਂ ਉਹ ਸਭ ਤੋਂ ਪਹਿਲਾਂ ਕੀ ਕਰੇਗਾ, ਉਹ ਸਭ ਤੋਂ ਪਹਿਲਾਂ ਜਿਹੜਾ ਹੈਗਾ ਆਪਣੇ ਦੇਸ਼ ਦੇ ਪ੍ਰੈਜ਼ੀਡੈਂਟ ਜਿੱਥੇ ਕੀ ਆ ਆਪਣੇ ਹੁਣ ਆਪਣੇ ਕੰਟਰੀ ਦੇ ਵਿੱਚ ਕੰਮ ਕਰ ਰਹੇ ਨਾ ਆਪਣੇ ਦੇਸ਼ ਦੇ ਪ੍ਰੈਜ਼ੀਡੈਂਟ ਤੋਂ ਪ੍ਰਵਾਨਗੀ ਲਏਗਾ, ਉਹਨਾਂ ਤੋਂ ਪਰਮਿਸ਼ਨ ਲਏਗਾ। ਜੇ ਆਪਣੇ ਦੇਸ਼ ਦੇ ਪ੍ਰੈਜ਼ੀਡੈਂਟ ਉਹਨਾਂ ਨੂੰ ਪਰਮਿਸ਼ਨ ਦਿੰਦੇ ਨੇ ਹਾਂ ਤੁਸੀਂ ਜਿਹੜਾ ਹੈਗਾ ਅਵਾਰਡ ਲੈ ਸਕਦੇ ਹੋ ਤਾਂ ਹੀ ਉਹ ਅਵਾਰਡ ਲੈ ਸਕਦਾ। ਜੇਕਰ ਆਪਣੇ ਦੇਸ਼ ਦੇ ਪ੍ਰੈਜ਼ੀਡੈਂਟ ਉਹਨਾਂ ਨੂੰ ਮਨਾ ਕਰ ਦਿੰਦੇ ਨੇ ਤਾਂ ਉਹ ਕੀ ਹੈ ਨਹੀਂ ਜਿਹੜਾ ਹੈਗਾ ਅਵਾਰਡ ਲੈ ਸਕਦੇ। ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਆਰਟੀਕਲ 18 ਵੀ ਸਮਝ ਲੱਗ ਗਿਆ ਹੋਏਗਾ।
ਤਾਂ ਅੱਜ ਆਪਾਂ डिटेल ਦੇ ਵਿੱਚ 3 ਆਰਟੀਕਲਸ ਬਾਰੇ ਪੜ੍ਹਿਆ। ਆਰਟੀਕਲ 16, 17 ਐਂਡ 18 3 ਆਰਟੀਕਲਸ ਬਾਰੇ ਆਪਾਂ डिटेल ਦੇ ਵਿੱਚ ਗੱਲ ਕੀਤੀ ਹੈ। ਅੱਗੇ ਆਪਾਂ ਗੱਲ ਕਰਦੇ ਹਾਂ ਨੈਕਸਟ ਸੈੱਟ ਆਫ ਰਾਈਟਸ ਜਿਹੜੇ ਹੈਗੇ ਨੇ ਰਾਈਟ ਰਿਲੇਟਡ ਟੂ ਫਰੀडम्स। ठीक है, राइट रिलेटेड टू फ्रीडम के बारे आप गल करांगे। उनके सब तो पहला जो राइट आता है आर्टिकल 19 है। हुण आप आर्टिकल 19 बारे गल करांगे। आर्टिकल 19 बारे आप की ओवरव्यू ले लेने, ये तुहाडे वास्ते होमवर्क होएगा। तुसीं की है जिहड़ा पढ़ के आना नैक्सट वीडियो दे विच आपां किहनूं जिहड़ा डिस्कस करांगे। आई होप गाइज तुसीं जिहड़ा हुण थोड़ी मेरी प्रॉब्लम समझो। आपां की हुण नैक्सट जिहड़ा नैक्सट डेज तो आपां की जिहड़ा रेगूलर इन द सेंस कि एक वीक ਦੇ 2 या 3 वीडियोज़ तो लैके आवांगे ही आवांगे। तो हुण इहदे विच आपां गल करदे हां आर्टिकल 19 हैज़ गॉट 6 डेमोक्रेटिक राइट्स। हुण की इहदे विच कि 7 जिहड़े लोकतंत्री जिहड़े अधिकार हैगे ने। हुण इहदे विच की जिहड़े हैगे 6 लोकतंत्री अधिकार हैगे ने, उन्हां बारे आपां गल कर लैंदे। डेमोक्रेटिक हुण इत्थे आपां कि 7 की गल कीती गई है, बट तुहानूं मैं दस्सांगा भी इहनूं की है क्यों 7वां इनकलूड किया गया। इन लर्न करने का थोड़ा तरीका तुहानूं दसना, जिहड़ा सौखा तरीका है जिन्होंने आप लर्न कर सकते। हुण की है आर्टिकल 19 क्लोज 1 एक ही गल करता है स्पीच एंड एक्सप्रैशन। स्पीच एंड एक्सप्रैशन बारे गल करता है आर्टिकल 19 क्लोज 1 सब क्लोज बी। आर्टिकल 19 क्लोज 1 सब क्लोज बी कि बारे गल करता है असैंबल बारे। असैंबल मतलब कि इकट्ठ करने बारे। अगे गल करते हैं आर्टिकल 19 क्लोज 1 सब क्लोज सी कि बारे गल करता है ऑर्गेनाइजेशन और एसोसीएशन। ऑर्गेनाइजेशन मतलब कि आप कोई भी ना कोई जिहड़ा संगठन बना सकते हैं जिंदे तौर पर भी आप कि इकट्ठे हो के रल के कि गवर्नमेंट के नाल या फिर गवर्नमेंट के किसी भी उनकी पॉलिसी के खिलाफ आप जाना है या उन्होंने नाल कोई सहायता उन्होंने करनी तो आप की कर सकते। अगे गल करते हैं आर्टिकल 19 क्लोज 1 सब क्लोज डी बारे। मूवमेंट मतलब कि आप देश के किते भी जा सकते हैं, एक जगह तो दूसरी जगह तो मूव करना, उनकी आप मूवमेंट के इतने की है एक कोड दिता है। ठीक है, आप की है आर्टिकल नूं लर्न किवें करना इनका कोड दिता है। अगे गल करते हैं आर्टिकल 19 क्लोज 1 सब क्लोज ई सैटलमेंट एंड रेजिडेंस। सैटलमेंट एंड रेजिडेंस मतलब कि अपन की रहन का जिहड़ा अधिकार दिता गया इहदे विच। अगे गल करते हैं आर्टिकल 19 क्लोज 1 सब क्लोज एफ प्रॉपर्टी। प्रॉपर्टी मतलब कि संपत्ति का अधिकार। अगे गल करते हैं आर्टिकल 19 क्लोज 1 सब क्लोज जी वकेशन। वकेशन का मतलब कि अपन कोई भी जिहड़ा कित्ता अपनाउण दा अधिकार। हुण तुसीं ये तो मैनूं एक गल कहोगे भी तुसीं सर गलत पढ़ा रहे हो। गलत किवें पढ़ा रहे हो? आर्टिकल 19 क्लोज 1 सब क्लोज एफ जिहड़ा राइट टू प्रॉपर्टी है तो खत्म हो गया। उन्होंने तो कि अपन जिहड़ा उन्होंने की है आपस जिहड़ा एज अ फंडामेंटल राइट उन्होंने की खत्म कर दिता है। हाँ खत्म कर दिता है, बट एक याद करने का तरीका है भी आप आर्टिकल 19 नूं किवें याद कर सकते हैं। उन्हें तुहानूं जिहड़ा थोड़ा तरीका दसना। आर्टिकल 19 क्लोज 1 सब क्लोज एक ही गल करता है स्पीच एंड एक्सप्रैशन। हुण की हरेक परसन नूं की आदे स्पीच एंड एक्सप्रैशन मतलब कि आदे व्यूज़ दूसरे परसन नाल शेयर करने लई जिहड़ा सुतंत्र है, मतलब कि वो किते भी जाके बोल सकता है, अपनी किते भी गल रखनी चाहता तो बोल सकता है, स्पीच दे सकता है, एक्सप्रैशन आदे एक्सप्रैस कर सकता है। तो हुण की जिहड़ा स्पीच देगा हुण स्पीच परसन कल्ले आदे कल्ला थोड़ा देगा, हुण कल्ला की आदे मन दे विच ही गल्लां कर सकदा है, फिर बोलन दा की अधिकार दा फायदा। तो इहदा मतलब की है भी लोग असैंबल होणगे। दूसरा फंडामेंटल राइट नूं तुसीं समझो। दूसरा फंडामेंटल राइट किवें याद करांगे? हाँ बोलन दा अधिकार है, स्पीच देगा, स्पीच किंदे देगा? हाँ इकट्ठ दे विच देगा तां ही वधिया लगेगा ना। हुण कल्ला तो फिर आदे मन दे विच व्यू दे सकदा। तो हुण की असैंबल का मतलब कि इकट्ठ करन दा अधिकार हो गया। तीजे ते गल कर रहे हैं ऑर्गेनाइजेशन। हुण जेकर इकट्ठ है, इकट्ठ दे विच जेकर कई बार इकट्ठ दे विच जिन्हां दे व्यूज़ रलदे हुंदे ने तो वो की जिहड़े एक ऑर्गेनाइजेशन एसोसीएशन बना सकते हैं ना। रजिस्टर्ड ऑर्गेनाइजेशन हो सकती, गवर्नमेंटल नॉन गवर्नमेंटल ऑर्गेनाइजेशन हो सकती जिन्होंने आप NGO कह दी है। तो कि एक जिहड़ा आदा जी ऑर्गेनाइजेशन बना सकते हैं। ठीक है, अगे गल करते हैं हुण जेकर ऑर्गेनाइजेशन बना ली, हुण ऑर्गेनाइजेशन जी बन गई है, एक संगठन बन गया। हुण संगठन एक जगह तो थोड़ा काम करेगा, संगठन की एक जगह तो दूसरी जगह तो जाएगा ना। हुण सपोज कर लो एक प्लेस के जिहड़े ने मसले हैगे ने, तो जेकर उन्होंने लगता है भी हाँ भी सानू उत्थे जाके भी जिहड़े लोगों जागरूक करना चाहिए तो दूसरी जगह पर जाएंगे। इनका मतलब कि राइट टू मूवमेंट मतलब कि एक जगह तो दूसरी जगह पर जाना। और दूसरी जगह पर गए मूवमेंट भी कर रहे हैं, बट हुण किते न किते थक जाएंगे, किते न किते जाके उन्होंने रेस्ट करनी पेगी। और रेस्ट करनगे तो उन्होंने वास्ते की चाहिए? सैटलमेंट एंड रेजिडेंस। सैटलमेंट तो रेजिडेंस नूं उत्थे तुसीं जिहड़ा रखो भी हाँ भी जिहड़े लोग है ने वो की सैटलमेंट उन्होंने की है अधिकार, किस चीज़ का अधिकार है? रेजिडेंस मतलब कि रहन का अधिकार है। और रहेगा कित्थे? प्रॉपर्टी होएगी तो ही रहेगा ना। हुण कोई एवें थोड़ा रहन देगा।
ਇਹਨੂੰ ਸਿਰਫ ਤੁਸੀਂ ਜਿਹੜਾ ਹੈਗਾ ਪ੍ਰੋਪਰਟੀ ਵਾਸਤੇ ਪ੍ਰੋਪਰਟੀ ਦਾ ਤੁਸੀਂ ਇੱਕ ਸਟਾਰ ਮਾਰਕ ਕਰਕੇ ਉਹਨੂੰ ਜਿਹੜਾ ਹੈਗਾ ਡਿਲੀਟ ਕਰ ਦੇਣਾ ਇਹਦੇ, ਮਤਲਬ ਕਿ ਜਦੋਂ ਆਪਾਂ ਸੈੱਟ ਆਫ ਰਾਈਟਸ ਨੂੰ ਯਾਦ ਕਰਨਾ ਤਾਂ ਉਹਨੂੰ ਡਿਲੀਟ ਕਰ ਦੇਣਾ। ਇਹਨਾਂ ਕੁ ਤੁਸੀਂ ਕਰ ਸਕਦੇ ਹੋ। ਅੱਗੇ ਗੱਲ ਕਰਦੇ ਹਾਂ ਹੁਣ ਪ੍ਰੋਪਰਟੀ ਹੈਗੀ ਠੀਕ ਹੈ ਰਹਿ ਰਹੇ ਔਰ ਰਹੇਗੇ ਤਾਂ ਆਪਾਂ ਨੂੰ ਬੁੱਕ ਵੀ ਲੱਗੇਗੀ ਕਿਸੇ ਜਗ੍ਹਾ 'ਤੇ, ਤਾਂ ਹੁਣ ਕੀ ਬੁੱਕ ਲੱਗੇਗੀ ਤਾਂ ਆਪਾਂ ਨੂੰ ਕੀ ਕੰਮ ਕਰਨਾ ਪਏਗਾ ਤਾਂ ਹੀ ਆਪਾਂ ਨੂੰ ਪੈਸਾ ਮਿਲੇਗਾ। ਤਾਂ ਕਿ ਵਕੇਸ਼ਨ ਦਾ ਮਤਲਬ ਕਿ ਆਪਾਂ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਕੇਸ਼ਨ ਜਿਹੜਾ ਹੈਗਾ ਕਰ ਸਕੀਏ। ਸੋ ਆਈ ਹੋਪ ਗਾਈਜ਼ ਤੁਹਾਨੂੰ ਜਿਹੜਾ ਹੈਗਾ ਇਹਦੇ ਬਾਰੇ ਸਮਝ ਲੱਗ ਗਈ ਹੋਏਗੀ। ਤਾਂ ਅੱਜ ਦੇ ਵੀਡੀਓ ਵਾਸਤੇ ਇੰਨਾ ਹੀ। ਕੱਲ੍ਹ ਦੇ ਆਪਾਂ ਜਿਹੜਾ ਹੈਗਾ ਨੈਕਸਟ ਵੀਡੀਓ ਦੇ ਵਿੱਚ ਆਪਾਂ ਕੀ ਆਰਟੀਕਲ 19 ਅਨੁਸਾਰ ਚੰਗੀ ਤਰ੍ਹਾਂ ਸਮਝਾਂਗੇ, ਡਿਟੇਲ ਦੇ ਵਿੱਚ ਸਮਝਾਂਗੇ। ਆਰਟੀਕਲ 19, 20, 21 ਦੇ ਬਾਰੇ ਆਪਾਂ ਕੀ ਨੈਕਸਟ ਵੀਡੀਓ ਦੇ ਵਿੱਚ ਗੱਲ ਕਰਾਂਗੇ। ਸੋ ਥੈਂਕ ਯੂ ਸੋ ਮਚ ਗਾਈਜ਼। ਇੱਕ ਗਾਈਜ਼ ਹੋਰ ਤੁਹਾਨੂੰ ਗੱਲ ਕਰਦਾ, ਜਿਹੜਾ ਹੈਗਾ ਨਾ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਡਾਊਟ ਹੁੰਦਾ ਤਾਂ ਤੁਸੀਂ ਪਲੀਜ਼ ਜਿਹੜਾ ਹੈਗਾ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਆ ਕਰੋ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਕਰੋ ਅਤੇ ਵੀਡੀਓ ਨੂੰ ਲਾਈਕ ਕਰੋ ਜਿੰਨਾ ਹੋ ਸਕਦਾ। ਥੈਂਕ ਯੂ ਸੋ ਮਚ ਗਾਈਜ਼। Please subscribe my channel Mr. Singh Education. Please share this video as you can do. Thank you so much guys and have a nice day.